ਸਭ ਤੋਂ ਪਹਿਲਾਂ ਫਤਿਹ ਬੁਲਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਮਨਵੀਰ ਸਿੰਘ, ਮੇਰੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਜੀ ਪੰਨੂ। ਅੱਜ ਇੱਥੇ ਬੈਠੇ ਹਾਂ ਕੁਝ ਵਿਚਾਰ ਸਾਂਝੇ ਕਰਨ ਵਾਸਤੇ, ਜਿਹੜੇ ਕਿ ਸਮਾਜ ਦੇ ਤਾਣੇ ਬਾਣੇ ਨੂੰ ਲੈ ਕੇ ਬਣੇ ਹੋਏ ਨੇ। ਸਭ ਤੋਂ ਪਹਿਲਾਂ ਤੇ ਸ਼ੁਰੂਆਤ ਕਰਦੇ ਹਾਂ ਸਮਾਜ ਦੀ ਉਤਪਤੀ ਤੋਂ ਲੈ ਕੇ। ਪ੍ਰਧਾਨ ਜੀ, ਤੁਸੀਂ ਇਹ ਚਾਨਣਾ ਪਾਓ ਵੀ ਸਮਾਜ ਦੀ ਜਿਹੜੀ ਉਤਪਤੀ ਹੈ, ਸਿਰਜਣਾ, ਇਹ ਕਦੋਂ ਹੋਈ ਤੇ ਕਿਸ ਰੂਪ ਦੇ ਵਿੱਚ ਹੋਈ? ਇਹਦੇ ਬਾਰੇ ਥੋੜਾ ਜਿਹਾ ਤੁਸੀਂ ਦੱਸੋ। ਹਾਂ, ਦੇਖੋ, ਇਹ ਜਿਹੜਾ ਸਮਾਜ ਦੀ ਉਤਪਤੀ ਦਾ ਜਿਹੜਾ ਸਵਾਲ ਹੈ, ਬੜਾ ਆਪਣੇ ਆਪ ਦੇ ਵਿੱਚ ਬੜਾ ਵੱਡਾ ਸਵਾਲ ਆ ਤੇ ਬੜਾ ਗੰਭੀਰ ਸਵਾਲ ਆ। ਇਹ ਉਤਪਤੀ ਇਹ 11 ਸਾਲ ਨੂੰ ਲੱਗੇ ਹੋਣਗੇ ਵੀ ਉਹ ਜਿਹੜੀ ਉਹਦੀ ਵਿਕਾਸ ਹੋਇਆ। ਇਹਦੀ ਡਾਰਵਿਨ ਦੀ ਥਿਊਰੀ ਵੀ ਦੱਸਦੀ ਹੈ, ਹੋਰ ਵੀ ਥਿਊਰੀਆਂ ਵਾ, ਮਤਲਬ ਕਈ ਤਰੀਕੇ ਦੇ ਇਹਦੇ ਵਿੱਚ ਚੱਲ ਰਹੇ ਆ। ਤੇ ਉਹਦੇ ਵਿੱਚੋਂ ਜਦੋਂ ਇਹ ਧਰਤੀ ਠੰਡੀ ਹੁੰਦੀ ਆ ਤੇ ਧਰਤੀ ਦੇ ਉੱਤੇ ਜਿਹੜਾ ਉਹ ਹੌਲੀ ਹੌਲੀ ਜੀਵ ਜੰਤੂ ਜਿਹੜੇ ਉਹਦੇ ਨਿੱਕੇ ਮੋਟੇ ਕੀੜੇ ਮਕੌੜੇ ਪੈਦਾ ਹੁੰਦੇ ਆ। ਘਾਹ ਫੂਸ ਹੁੰਦਾ ਵਾ, ਘਾਹ ਫੂਸ ਨਿੱਕੇ ਮੋਟੇ ਕੀੜੇ ਮਕੌੜੇ ਪੈਦਾ ਹੁੰਦੇ ਆ। ਉਹ ਤੋਂ ਗਾਂ ਉਤਪਤੀ ਹੁੰਦੀ ਉਹਦੀ ਵਿਕਾਸ ਹੁੰਦਾ ਜਿਹੜਾ ਪਸ਼ੂ ਆਪਣੇ ਜੀਵ ਜੰਤੂਆਂ 'ਤੇ ਆਇਆ। ਜੀਵ ਜੰਤੂਆਂ ਤੋਂ ਗਾੜੀ ਜਿਹੜੇ ਉਹ ਪਸ਼ੂ ਆਏ, ਜਾਨਵਰ ਆਏ। ਉਸ ਤੋਂ ਅੱਗੇ ਜਿਹੜੀ ਆ ਬਾਂਦਰ ਦੀ ਨਸਲ ਆਉਂਦੀ ਆ ਤੇ ਬਾਂਦਰ ਦੀ ਨਸਲ ਤੋਂ ਜਿਹੜਾ ਵਿਕਾਸ ਹੋ ਕੇ ਜਿਹੜਾ ਬੰਦਾ ਬਣਦਾ। ਇਹ 11 ਸਾਲਾਂ ਦਾ ਪ੍ਰੋਸੈਸ ਹੈ। 11 ਸਾਲਾਂ ਦਾ ਇਹ ਪ੍ਰੋਸੈਸ ਆ ਤੇ 11 ਸਾਲਾਂ ਦੇ ਪ੍ਰੋਸੈਸ ਤੋਂ ਬਾਅਦ ਜਿਹੜੀ ਆ ਇਹ ਜਿਹੜਾ ਆਦਮੀ ਮਨੁੱਖ ਆ ਉਹ ਇਸ ਸ਼ਕਲ ਦੇ ਵਿੱਚ ਜਿਹੜਾ ਉਹ ਆਇਆ। ਤੇ ਉਹਦਾ ਇਹੀ ਆ ਵੀ ਉਹਦੇ ਵਿੱਚ ਉਹਨੂੰ ਆਪਣੀ ਜ਼ਿੰਦਗੀ ਜਿਉਣ ਵਾਸਤੇ ਬੜਾ ਸੰਘਰਸ਼ ਕਰਨਾ ਪਿਆ ਵਾ। ਉਹਨੂੰ ਕੁਦਰਤ ਨਾਲ ਲੜਨਾ ਪਿਆ ਵਾ। ਉਹਨੂੰ ਹਰ ਇੱਕ ਚੀਜ਼ ਦਾ ਸਾਹਮਣਾ ਕਰਨਾ ਪਿਆ। ਉਹਨੂੰ ਹਰ ਤਰ੍ਹਾਂ ਦੀ ਆਫਤ ਦਾ ਸਾਹਮਣਾ ਕਰਨਾ ਪਿਆ। ਉਹਨੇ ਆਪਣੀ ਜ਼ਿੰਦਗੀ ਜਿਉਣ ਵਾਸਤੇ ਉਹਨੂੰ ਜਿਹੜਾ ਵਾ ਉਹ ਜਿਹੜੇ ਉੱਥੋਂ ਫਲ ਪੌਦੇ ਸੀ ਜੰਗਲਾਂ ਦੇ ਵਿੱਚ, ਜਿਹੜੇ ਰੁੱਖ ਬਣੇ, ਉਹਨਾਂ ਦੇ ਫਲ ਲੱਗੇ, ਉਹ ਫਲਾਂ ਖਾ ਕੇ ਗੁਜ਼ਾਰਾ ਕੀਤਾ, ਜਾਂ ਉਹਨੇ ਜਿਹੜੇ ਪੱਤੇ ਖਾ ਕੇ ਗੁਜ਼ਾਰਾ ਕੀਤਾ। ਤੇ ਜਿਹੜੇ ਆ ਉਹਨੂੰ ਜਿਹੜਾ ਉਸ ਟਾਈਮ 'ਤੇ ਪਾਣੀ ਜਿਹੜਾ ਮੀਂਹ ਪੈਣੇ ਸ਼ੁਰੂ ਹੋਏ ਜਾਂ ਬਰਸਾਤ ਹੋਈ, ਉਹ 'ਚ ਜਿਹੜੇ ਨਦੀਆਂ ਨਾਲੇ ਬਣੇ, ਉਹਨਾਂ ਦਾ ਵੀ ਸਾਹਮਣਾ ਕੀਤਾ ਉਹਨੇ। ਤੇ ਉਹਦੇ ਵਿੱਚੋਂ ਹੀ ਅੱਗੇ ਜਾ ਕੇ ਜਿਹੜੇ ਮੰਨ ਲਓ ਉੱਥੇ ਪੱਥਰ ਵਗੈਰਾ ਸੀਗੇ, ਦੂਜੇ ਸੀਗੇ, ਉਹਨਾਂ ਦੀ ਰਗੜ ਦੇ ਵਿੱਚੋਂ ਉਹਨੇ ਅੱਗ ਦਾ ਲਿਆ ਸੰਕਲਪ। ਉਹਦੇ ਵਿੱਚੋਂ ਅੱਗ ਬਾਲ ਕੇ ਉਹਨਾਂ ਦੇ ਹੀ ਉਹਨੇ ਹਥਿਆਰ ਬਣਾਏ, ਆਪਣੇ ਪੱਥਰਾਂ ਦੇ ਹਥਿਆਰ ਬਣਾਏ। ਪੱਥਰਾਂ ਦੀਆਂ ਤਿੱਖੀਆਂ ਚੀਜ਼ਾਂ ਦੇ ਨਾਲ ਹੀ ਮੁੜ ਕੇ ਉਸਨੇ ਸ਼ਿਕਾਰ ਕਰਨਾ ਵੀ ਸ਼ੁਰੂ ਕੀਤਾ। ਇਹ ਸਾਰੀ ਇੱਕ ਬਹੁਤ ਜਿਹੜੀ ਆ ਡੂੰਘੀ ਕਹਾਣੀ ਆ, ਜਿਹੜੀ ਇੱਥੇ ਹੁਣ ਆਪਾਂ ਬੈਠ ਕੇ ਇਹਨੂੰ ਉਸ ਵਿਸਤਾਰ 'ਚ ਤੇ ਨਹੀਂ ਦੱਸ ਸਕਦੇ, ਪਰ ਮੋਟੇ ਰੂਪ 'ਚ ਇਹੀ ਆ ਕਿ ਉਹਨੂੰ ਕੁਦਰਤ ਨਾਲ ਲੜਨਾ ਪਿਆ। ਕੁਦਰਤ ਨਾਲ ਲੜਨਾ ਪਿਆ। ਉੱਥੋਂ ਕਬੀਲੇ ਬਣੇ। ਕਬੀਲਿਆਂ ਤੋਂ ਗਾੜੀ ਜਿਹੜੇ ਆ ਸਮੂਹ ਦੇ ਰੂਪ ਵਿੱਚ ਜਿਹੜਾ ਉਹ ਕਬੀਲੇ ਜਿਹੜੇ ਸਮੂਹ ਦੇ ਰੂਪ ਵਿੱਚ ਬਣੇ, ਉਹਨੂੰ ਅਸੀਂ ਸਮਾਜ ਕਹਿ ਸਕਦੇ ਹਾਂ। ਤੇ ਉਹਦੇ ਵਿੱਚੋਂ ਹੀ ਉਹਨੂੰ ਕਬੀਲਿਆਂ ਨੂੰ ਚਲਾਉਣ ਵਾਲੇ ਕਬੀਲਿਆਂ ਦੇ ਸਰਦਾਰ ਬਣੇ। ਉਹਦੇ ਵਿੱਚੋਂ ਕਈ ਥਾਵਾਂ 'ਤੇ ਉਹ ਆਪਸ ਵਿੱਚ ਮੁੜ ਕੇ ਲੜ ਭਿੜ ਕੇ ਤੇ ਉਹਨਾਂ ਨੇ ਜਿਹੜੇ ਤਗੜੇ ਸੀਗੇ, ਉਹਨਾਂ ਨੇ ਆਪਣੇ ਜਿਹੜੇ ਰਾਜਾ ਮਹਾਰਾਜਾ ਖਵਾਉਣਾ ਸ਼ੁਰੂ ਕੀਤਾ। ਇਸ ਤਰ੍ਹਾਂ ਇਸ ਸਮਾਜ ਦੀ ਜਿਹੜੀ ਆ ਗਾਂਹ ਜਾ ਕੇ ਜਿਹੜੀ ਆ ਉਤਪਤੀ ਆਪਣੇ ਆਪ ਦੇ ਵਿੱਚ ਹੁੰਦੀ ਆ। ਤੇ ਸਮਾਜ ਜਿਹੜਾ ਵਾ ਉਹ ਇੱਕ ਸਮੂਹ ਆ। ਤੇ ਉਹਦੇ ਵਿੱਚ ਰਾਜੇ ਮਹਾਰਾਜਾ ਨੇ ਇਹ ਸੋਚ ਲਿਆ ਵੀ ਇਹ ਸਮਾਜ ਦੇ ਉੱਤੇ ਆਪਣੀ ਜਕੜ ਕਿਸ ਤਰੀਕੇ ਨਾਲ ਜਿਹੜੀ ਕਾਇਮ ਰੱਖਣੀ ਆ, ਕਿਸ ਤਰੀਕੇ ਨਾਲ ਆਪਣਾ ਜਿਹੜਾ ਰਾਜ ਆ ਉਹ ਸਥਿਤੀ ਜਿਹੜਾ ਕਾਇਮ ਰੱਖਣਾ ਵਾ। ਤੇ ਉਹਦੇ ਵਾਸਤੇ ਉਹਨਾਂ ਨੇ ਜਿਹੜੀ ਉਸ ਟਾਈਮ ਦੇ ਉੱਤੇ ਸ਼ਲੋਕ ਵਗੈਰਾ ਪੜ੍ਹਦੇ ਸੀ, ਜਾਂ ਸਿਆਣੇ ਲੋਕ ਸੀਗੇ ਜਿਹੜੇ ਲੋਕਾਂ ਨੂੰ ਕਹਿਲ ਕਰਦੇ ਸੀ, ਉਹਨਾਂ ਦੀ ਮਦਦ ਲੈ ਕੇ ਤੇ ਹੋਰ ਆਪਣਾ ਹਿਸਾਬ ਕਿਤਾਬ ਲਾ ਕੇ ਸਮਾਜ ਨੂੰ 4 ਵਰਨਾਂ 'ਚ ਵੰਡ ਦਿੱਤਾ। 4 ਵਰਨਾਂ 'ਚ ਵੰਡਤਾ। ਜਿਹੜੇ ਧਾਰਮਿਕ ਕੰਮ ਕਰਨਗੇ, ਧਾਰਮਿਕ ਸ਼ਲੋਕ ਪੜ੍ਹਨਗੇ, ਧਾਰਮਿਕ ਕੰਮ ਕਰਨਗੇ, ਉਹ ਬ੍ਰਾਹਮਣ ਖਵਾਉਣਗੇ। ਬ੍ਰਾਹਮਣ ਦਾ ਮਤਲਬ ਗਿਆਨੀ, ਜਿਹੜੇ ਗਿਆਤਾ ਵਾ ਉਹ ਹੋਊਗੀ, ਜਿਹੜੀ ਉੱਚ ਜਾਤੀ ਹੋਊਗੀ। ਉਹਦੇ ਨਾਲ ਕਸ਼ਤਰੀ, ਜਿਨ੍ਹਾਂ ਦਾ ਕੰਮ ਜੰਗ ਲੜਨਾ ਹੋਊਗਾ, ਕੋਈ ਮਤਲਬ ਹਮਲਾ ਹੁੰਦਾ ਵਾ, ਕੋਈ ਜੰਗ ਲੜਨਾ, ਉਹ ਫੌਜ ਦਾ ਕੰਮ ਕਰਨਗੇ।
ਉਹ ਕਛੱਤਰੀ ਖਾਣਗੇ, ਉਹ ਵੀ ਉੱਚ ਜਾਤੀ 'ਚ ਆਉਣਗੇ। ਉਸ ਤੋਂ ਥੱਲੇ ਸ਼ੂਦਰ ਤੇ ਵੈਸ਼, ਜਿਹੜੇ ਵੈਸ਼ ਤੇ ਸ਼ੂਦਰ ਆ ਉਹ ਹੇਠਲੀ ਸ਼੍ਰੇਣੀ 'ਚ ਆਉਣਗੇ। ਉਹ ਇਹਨਾਂ ਰਾਜੇ ਦੀ ਵੀ ਸੇਵਾ ਕਰਨ ਵਾਸਤੇ ਜਿਹੜੇ ਆ ਕੰਮ ਕਰਨਗੇ, ਤੇ ਬ੍ਰਾਹਮਣਾਂ ਦੀ ਵੀ ਸੇਵਾ ਕਰਨ ਵਾਸਤੇ ਕੰਮ ਕਰਨਗੇ, ਤੇ ਇਹ ਕਛੱਤਰੀਆਂ ਦੀ ਵੀ ਸੇਵਾ ਕਰਨ ਵਾਸਤੇ ਕੰਮ ਕਰਨ। ਉਹਦਾ ਕੰਮ ਸੇਵਾ ਕਰਨਾ। ਉਹਨਾਂ ਨੂੰ ਸਮਾਜ ਦੇ ਵਿੱਚ ਕੋਈ ਬਹੁਤੇ ਅਧਿਕਾਰ ਨਹੀਂ ਹੋਣਗੇ। ਉਹਨਾਂ ਨੂੰ ਜਿਹੜਾ ਵਾ ਬਿਲਕੁਲੋਂ ਜਿਹੜਾ ਉਹ ਇਹਨਾਂ ਦੇ ਸਾਹਮਣੇ ਵੀ ਨਹੀਂ ਲੰਘ ਸਕਣਗੇ, ਉਹ ਹੱਥ ਵੀ ਨਹੀਂ ਲਾ ਸਕਣਗੇ, ਛੂਹ ਵੀ ਨਹੀਂ ਸਕਣਗੇ, ਤੇ ਉਹਨਾਂ ਨੂੰ ਮੰਦਰ ਜਾਣ ਦੀ ਵੀ ਇਜਾਜ਼ਤ ਨਹੀਂ ਹੋਊਗੀ, ਉਹਨਾਂ ਨੂੰ ਕੋਈ ਪੜ੍ਹਨ ਲਿਖਣ ਦੀ ਵੀ ਇਜਾਜ਼ਤ ਨਹੀਂ ਹੋਊਗੀ। ਉਹਨਾਂ ਨੂੰ ਦੱਬ ਕੇ ਜਿਹੜਾ ਵਾ ਦੱਬ ਕੇ ਰੱਖਿਆ ਜਾਊਗਾ। ਇਸ ਤਰੀਕੇ ਦੀ ਸਮਾਜ ਦੇ ਵਿੱਚ 4 ਵਰਨ ਵੰਡ ਜਿਹੜੀ ਆ ਉਹ ਕੀਤੀ ਗਈ ਆ, ਤੇ ਉਹਦੇ ਵਿੱਚੋਂ ਰਾਜੇ ਨੇ ਕਹਿਤਾ ਵੀ ਮੈਨੂੰ ਦੇਵੀ, ਮੈਂ ਉਤੋਂ ਪਰਮਾਤਮਾ ਵੱਲੋਂ ਮੈਂ ਘੱਲਿਆ ਆਇਆ ਵਾਂ, ਤੇ ਰਾਜਾ ਜਿਹੜਾ ਪਰਮਾਤਮਾ ਵੱਲੋਂ ਘੱਲਿਆ ਆਉਂਦਾ ਵਾ, ਤੇ ਉਹਦੇ ਜਿਹੜੇ ਜੋ ਵੀ ਹੁਕਮ ਆ ਉਹ ਸਮਾਜ ਨੂੰ ਜਿਹੜੇ ਮੰਨਣੇ ਆ, ਉਹ ਲਾਈ ਹੁਕਮ ਆ, ਉਹਨੂੰ ਮੰਨਣੇ ਪੈਣਗੇ। ਇਸ ਤਰੀਕੇ ਨਾਲ ਉਹਨੇ ਆਪਣੇ ਆਪ ਨੂੰ ਇੱਕ ਵੱਖਰਾ ਰੱਖ ਕੇ ਕਿ ਸਮਾਜ 'ਚ ਮੇਰੇ ਖਿਲਾਫ ਬਗਾਵਤ ਨਾ ਹੋਵੇ, ਕੋਈ ਵਿਰੋਧ ਨਾ ਕਰ ਸਕੇ, ਇਸ ਤਰੀਕੇ ਨਾਲ ਇੱਕ ਇਹ ਢੰਗ ਜਿਹੜਾ ਤਰੀਕਾ ਬਣਾਇਆ। ਤੇ ਉਹਦੇ ਨਾਲ ਉਹਨੇ ਜਿਹੜਾ ਵਾ ਉਸ ਤੋਂ ਬਾਅਦ ਉਹਨੇ ਆਪਣੇ ਤੋਂ ਬਾਅਦ ਆਪਣੀ ਗੱਦੀ ਆਪਣੇ ਲੜਕੇ ਨੂੰ ਦੇਣ, ਉਸ ਤੋਂ ਗਾਂ ਉਹਦੀ ਲਾਦ ਵੀ ਸਾਡੀ ਜਿਹੜੀ ਰਾਜੇ ਦੀ ਗੱਦੀ ਆ ਉਹਨੂੰ ਕੋਈ ਖਤਰਾ ਨਾ ਹੋਵੇ, ਉਹ ਸਾਡੇ ਵੰਸ਼ ਦੇ ਵਿੱਚ ਰਵੇ। ਇਹ ਸਾਰਾ ਉਹਨਾਂ ਨੇ ਘਾੜਤ ਘੜ ਕੇ, ਤੇ ਇਸ ਤਰੀਕੇ ਨਾਲ ਇਹ ਸਮਾਜ ਜਿਹੜਾ ਹੌਲੀ ਹੌਲੀ ਵਿਕਾਸ ਕਰਦਾ ਰਿਹਾ। ਤੇ ਉਹਦੇ ਵਿੱਚੋਂ ਹੀ ਗਾਂ ਜਾ ਕੇ ਕਈ ਵਰਨਾਂ ਦੇ ਗਾਂ ਜਿਹੜੇ ਕਈ ਉਪਜਾਤਾਂ ਉਹ ਬਣੀਆਂ, ਤੇ ਉਹਨਾਂ ਨੂੰ ਇਹ ਜਿਹੜੀਆਂ ਸ਼ੂਦਰ ਤੇ ਵੈਸ਼ ਆ ਉਹਨਾਂ ਨੂੰ ਇਹਨਾਂ ਦਬਾ ਕੇ ਰੱਖਿਆ, ਜੁੱਤੀ ਹੇਠ ਰੱਖਿਆ। ਉਹਨਾਂ ਨੂੰ ਕੋਈ ਜਿਹੜੇ ਆ ਕਿਸੇ ਵੀ ਤਰੀਕੇ ਦੇ ਜਿਹੜੇ ਆ ਉਹ ਅਖਤਿਆਰ ਨਹੀਂ ਸੀਗੇ। ਉਹਨਾਂ ਦੀ ਪੂਰੀ ਤਰ੍ਹਾਂ ਉਹਨਾਂ ਦੀ ਜਿਹੜੀ ਆ ਕਿਰਤ ਦੀ ਵੀ ਲੁੱਟ ਕੀਤੀ, ਤੇ ਉਹਨਾਂ ਦੀ ਜਿਹੜੀ ਆ ਹਰ ਪੱਖੋਂ ਧਾਰਮਿਕ ਤੌਰ 'ਤੇ ਲੁੱਟ ਕੀਤੀ, ਹਰ ਪੱਖੋਂ ਉਹਨਾਂ ਦੀ ਜਿਹੜੀ ਆ ਲੁੱਟ ਬਹੁਤ ਵੱਡੇ ਪੱਧਰ 'ਤੇ ਇਸ ਉੱਪਰਲੀ ਸ਼੍ਰੇਣੀ ਨੇ ਕੀਤੀ। ਤੇ ਉਹਦੇ ਤੋਂ ਬਾਅਦ ਸਮਾਜ ਦੇ ਵਿੱਚ ਕਈ ਤਰ੍ਹਾਂ ਦੀਆਂ ਸੁਧਾਰਕ ਲਹਿਰਾਂ ਚੱਲੀਆਂ, ਭਗਤੀ ਲਹਿਰ ਚੱਲੀ। ਉਹਨਾਂ ਨੇ ਵੀ ਇਹਨਾਂ ਵਰਨ ਵੰਡ ਨੂੰ ਜਿਹੜਾ ਪੂਰੀ ਤਰ੍ਹਾਂ ਨਕਾਰਿਆ। ਉਹਨਾਂ ਨੇ ਪੁਜਾਰੀਆਂ ਦੇ ਖਿਲਾਫ, ਬ੍ਰਾਹਮਣਵਾਦ ਦੇ ਖਿਲਾਫ ਬੀੜਾ ਚੁੱਕਿਆ, ਤੇ ਉਹਨਾਂ ਨੂੰ ਥਾਂ ਥਾਂ 'ਤੇ ਨਿੰਦਿਆ, ਥਾਂ ਦੇ ਉੱਤੇ ਨਿੰਦ ਕੇ, ਤੇ ਇਹਨਾਂ ਨੂੰ ਜਿਹੜਾ ਵਾ ਬੁਰੀ ਤਰ੍ਹਾਂ ਜਿਹੜਾ ਪਛਾੜਨ ਦੀ ਗੱਲ ਕੀਤੀ, ਜਾਤ ਪਾਤ ਤੋੜੀ, ਜਿਹੜਾ ਹਰ ਇੱਕ ਨੂੰ ਜਿਹੜਾ ਵਾ ਬਰਾਬਰ ਦਾ ਉਹਨਾਂ ਕਿਹਾ ਮਨੁੱਖ ਜਿਹੜਾ ਰੱਬ ਆ, ਤੇ ਉਹ ਤੇ ਮਨੁੱਖ ਨੂੰ ਹਰ ਇੱਕ ਨੂੰ ਜਿਹੜਾ ਵਾ ਉਹ ਆਪਣਾ ਜਿਹੜਾ ਬਰਾਬਰ ਦਾ ਅਖਤਿਆਰ ਦਿੰਦਾ ਵਾ, ਇੱਕੋ ਜਿਹਾ ਉਹਨਾਂ ਨੂੰ ਅੰਗ ਪੈਰ ਦਿੰਦਾ ਵਾ। ਉਹ ਕਿਸੇ ਨਾਲ ਵਿਤਕਰਾ ਨਹੀਂ ਕਰਦਾ, ਕੁਦਰਤ ਕਿਸੇ ਨਾਲ ਵਿਤਕਰਾ ਨਹੀਂ ਕਰਦੀ। ਤੇ ਇਹ ਜਿਹੜਾ ਵਿਤਕਰਾ ਵਾ ਇੱਥੇ ਹੋ ਰਿਹਾ ਵਾ, ਇੱਥੇ ਸਾਰੇ ਜਿਹੜੇ ਆਦਮੀ ਆ, ਜਿਹੜੇ ਮਨੁੱਖ ਆ, ਉਹ ਸਾਰੇ ਬਰਾਬਰ ਆ, ਤੇ ਇੱਥੇ ਵਿਤਕਰਾ ਕਰਕੇ ਉਹਨਾਂ 'ਚ ਵੰਡ ਪਾਤੀ ਗਈ ਆ। ਇਹ ਗੱਲ ਭਗਤੀ ਲਹਿਰ ਦੇ ਵਿੱਚ ਕਹੀ। ਇਹੀ ਜਿਹੜੀ ਆ ਸਾਡੇ ਗੁਰੂ ਸਾਹਿਬ ਨੇ ਪਹਿਲਾਂ ਆਪਣਾ ਬੁੱਧ ਧਰਮ ਦੇ ਵਿੱਚ ਵੀ ਬੁੱਧ ਨੇ ਵੀ ਇਹੀ ਗੱਲ ਕਹੀ। ਉਸ ਤੋਂ ਬਾਅਦ ਹੋਰ ਵੀ ਜਿਹੜੇ ਆਏ, ਇਸੇ ਤਰ੍ਹਾਂ ਸਾਡੇ ਗੁਰੂ ਸਾਹਿਬ ਨੇ, ਗੁਰੂ ਨਾਨਕ ਸਾਹਿਬ ਜਦੋਂ ਆਏ ਆ, ਤੇ ਉਹ ਟਾਈਮ 'ਤੇ ਜਿਹੜਾ 1469 ਈਸਵੀ 'ਚ ਉਹਨਾਂ ਦਾ ਜਨਮ ਹੁੰਦਾ ਵਾ, ਉਸ ਤੋਂ ਬਾਅਦ ਜਦੋਂ ਉਹਨਾਂ ਨੇ ਦਾਸੀਆਂ ਸ਼ੁਰੂ ਕੀਤੀਆਂ ਵਾ, ਤਾਂ ਉਦੋਂ ਸਾਰਾ ਜਿਹੜਾ ਉਹਨਾਂ ਨੇ ਗਿਆਨ ਵੰਡਿਆ ਵਾ ਲੋਕਾਂ ਦੇ ਵਿੱਚ, ਲੋਕਾਂ ਨਾਲ ਮੱਥਾ ਮਾਰਿਆ ਵਾ, ਡਾਕੂਆਂ ਨਾਲ, ਬਦਮਾਸ਼ਾਂ ਨਾਲ, ਚੋਰਾਂ ਨਾਲ, ਠੱਗਾਂ ਨਾਲ, ਪੁਜਾਰੀਆਂ ਨਾਲ, ਤੇ ਜਿਹੜੇ ਹੈਗੇ ਆ ਮੁੱਲਾ ਉਹਨਾਂ ਨਾਲ। ਉਹਨਾਂ ਨੇ ਹਰ ਇੱਕ ਨੂੰ ਆਪਣੀ ਦਲੀਲ ਨਾਲ ਰਾਇਆ ਵੀ ਤੁਸੀਂ ਜੋ ਇਹ ਕਰ ਰਿਹਾ ਜੋ ਬਿਲਕੁਲ ਠੀਕ ਨਹੀਂ ਗਾ। ਤੁਸੀਂ ਜਿਹੜਾ ਸਮਾਜ ਨੂੰ ਜਿਹੜਾ ਵਾ ਇਹ ਵਰਨਾਂ 'ਚ ਵੰਡ ਕੇ, ਜਾਤਾਂ ਪਾਤਾਂ 'ਚ ਵੰਡ ਕੇ ਬੈਠੇ ਹੋਏ ਜੋ, ਧਰਮਾਂ 'ਚ ਵੰਡ ਕੇ ਬੈਠੇ ਹੋ ਜੋ, ਇਹ ਸਾਰਾ ਗਲਤ ਆ। ਤੁਸੀਂ ਇਹਨਾਂ ਦੀ ਲੁੱਟ ਕਰ ਰਹੇ ਹੋ, ਸ਼ੋਸ਼ਣ ਕਰ ਰਹੇ ਜੋ, ਧਾਰਮਿਕ ਤੌਰ 'ਤੇ ਸ਼ੋਸ਼ਣ, ਸਮਾਜਿਕ ਤੌਰ 'ਤੇ ਵੀ ਸ਼ੋਸ਼ਣ ਕਰ ਰਹੇ ਜੋ, ਤੇ ਇਹਨਾਂ ਦੀ ਆਰਥਿਕ ਤੌਰ 'ਤੇ ਵੀ ਲੁੱਟ ਕਰ ਰਹੇ ਜੋ, ਰਾਜਨੀਤਿਕ ਤੌਰ 'ਤੇ ਵੀ ਲੁੱਟ ਕਰ ਰਹੇ ਜੋ। ਇਹ ਗੱਲ ਬਿਲਕੁਲ ਠੀਕ ਨਹੀਂ। ਉਹਨਾਂ ਨੇ ਆਪਣੇ ਸਮੇਂ 'ਚ ਡੰਬਰਵਾਦ ਦੇ ਖਿਲਾਫ, ਕਰਮਕਾਂਡਾਂ ਦੇ ਖਿਲਾਫ, ਵਹਿਮਾਂ ਭਰਮਾਂ ਦੇ ਖਿਲਾਫ ਬਹੁਤ ਵੱਡੀ ਜਿਹੜੀ ਆ ਲਹਿਰ ਸਾਡੀ ਜਿਹਨੂੰ ਗੁਰੂ ਸਾਹਿਬ ਦੀ ਲਹਿਰ ਆਪਾਂ ਕਹਿੰਦੇ ਆ, ਉਹ ਲਹਿਰ ਚਲਾਈ। ਤੇ ਉਹ ਲਹਿਰ ਨੇ ਅੱਗੇ ਜਾ ਕੇ ਜਿਹੜੇ ਆ ਖਾਲਸਾ ਪੰਥ ਦੀ ਸਾਜਨਾ ਤੋਂ ਬਾਅਦ ਬੜੇ ਵੱਡੇ ਜਿਹੜੇ ਉਹ ਰਿਜ਼ਲਟ ਕੱਢੇ ਆ। ਮਤਲਬ ਇਹ ਜ਼ਮੀਨਾਂ ਵੀ ਕਿਸਾਨਾਂ ਕੋਲ ਜ਼ਮੀਨਾਂ ਖੋਹੀਆਂ ਹੋਈਆਂ ਸੀ, ਉਹ ਜ਼ਮੀਨਾਂ ਵੀ ਦਵਾਈਆਂ ਬਾਬਾ ਬੰਦਾ ਸਿੰਘ ਬਹਾਦਰ ਨੇ। ਖਾਲਸਾ ਪੰਥ ਦੀ ਸਾਜਨਾ ਤੋਂ ਬਾਅਦ ਗੁਰੂ ਸਾਹਿਬ ਦੀ ਜਿਹੜੇ ਬੱਚਿਆਂ ਦੀ ਸ਼ਹੀਦੀ ਤੋਂ ਬਾਅਦ ਜਦੋਂ ਉਹ 1708 ਦੇ ਵਿੱਚ ਉੱਧਰੋਂ ਨੰਦੇੜ 'ਚ ਉਹਨਾਂ ਨੂੰ ਤੋਰਿਆ, ਤੇ ਉਸ ਟਾਈਮ ਦੇ ਉੱਤੇ ਇਹ ਸਾਰਾ ਵਰਤਾਰਾ ਵਾ। ਸਮਾਜ ਦੀ ਟੁੱਟ ਭੱਜ ਲਗਾਤਾਰ ਹੁੰਦੀ ਰਹੀ ਆ। ਸਮਾਜ ਦੀ ਟੁੱਟ ਭੱਜ ਜੋ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਹ ਸਮਾਜ ਦੀ ਟੁੱਟ ਭੱਜ ਚੱਲਦੀ ਰਹਿੰਦੀ ਆ। ਸਮਾਜ ਦੇ ਉੱਤੇ
ਕਿਸ ਤਰ੍ਹਾਂ ਦਾ ਰਾਜ ਪ੍ਰਬੰਧ ਚੱਲ ਰਿਹਾ ਉਸ ਟਾਈਮ ਦੇ ਉੱਤੇ, ਕਿਸ ਤਰ੍ਹਾਂ ਦੇ ਜਿਹੜੇ ਆ ਜਿਹੜੀ ਆ ਧਾਰਮਿਕ ਰਹੁ ਰੀਤਾਂ ਚੱਲ ਰਹੀਆਂ ਵਾ, ਕੀ ਚੱਲ ਰਿਹਾ ਸਾਰਾ, ਉਹਦੇ ਪ੍ਰਭਾਵ ਸਮਾਜ ਦੇ ਉੱਤੇ ਬਹੁਤ ਵੱਡੇ ਪੱਧਰ 'ਤੇ ਪੈਂਦੇ ਆ ਅਤੇ ਉਹਦੇ ਨਾਲ ਫਿਰ ਸਮਾਜ ਟੁੱਟ ਭੱਜ ਹੁੰਦੀ ਆ। ਉਹਦਾ ਕਰਕੇ ਫਿਰ ਜਿਹੜਾ ਉਹ ਸਮਾਜ ਦਾ ਨਕਸ਼ਾ ਉਹ ਆਪਣੇ ਗਾੜੀ ਉੱਭੜਦਾ ਵਾ। ਇਹ ਇਤਿਹਾਸ ਆ ਅਤੇ ਇਤਿਹਾਸ ਦੇ ਵਿੱਚੋਂ ਅਸੀਂ ਇਹ ਸਾਰਾ ਕੁਛ ਜਿਹੜਾ ਉਹ ਲੱਭ ਸਕਦੇ ਹਾਂ। ਇਹ ਸਮਾਜ ਦੇ ਵਿੱਚ ਸਮੇਂ ਸਮੇਂ ਦੇ ਉੱਤੇ ਜਿਹੜੀਆਂ ਗਿਰਾਵਟਾਂ ਆਈਆਂ ਵਾ, ਨਿਗਾਰ ਆਏ ਆ, ਉਹਨਾਂ ਨੂੰ ਕੱਢਣ ਵਾਸਤੇ ਜਿਹੜੇ ਆ ਆਵਾਜ਼ ਜਿਹੜੇ ਆ ਉਹ ਉਠਾਉਂਦੇ ਰਹੇ ਆ, ਸਮਾਜ ਸੁਧਾਰਕ ਉਠਾਉਂਦੇ ਰਹੇ ਆ, ਗੁਰੂਆਂ ਨੇ ਉਠਾਈ ਆ, ਹੋਰ ਸਾਰਿਆਂ ਨੇ ਉਠਾਈ ਆ, ਜਿਸ ਤਰ੍ਹਾਂ ਬਾਬਾ ਫਰੀਦ ਨੇ ਉਠਾਈ ਆ, ਬਾਬਾ ਰਵਿਦਾਸ ਜੀ ਨੇ ਉਠਾਈ ਆ, ਬਾਬੇ ਕਬੀਰ ਨੇ ਉਠਾਈ ਆ, ਹੋਰ ਸਾਡੇ ਜਿਹੜੇ ਆਪਣੇ ਭਗਤ ਹੋਏ ਆ ਉਹਨਾਂ ਨੇ, ਰਾਮਾਨੁਜ ਨੇ ਉਠਾਈ ਆ। ਇਸੇ ਤਰੀਕੇ ਨਾਲ ਹੋਰ ਵੀ ਬਹੁਤ ਸਾਰੇ ਸਮਾਜ ਸੁਧਾਰਕ ਹੋਏ ਆ ਜਿਨ੍ਹਾਂ ਨੇ ਆਵਾਜ਼ ਉਠਾਈ ਆ, ਬੁੱਲੇ ਸ਼ਾਹ ਨੇ ਉਠਾਈ ਆ। ਅਤੇ ਇਸ ਤੋਂ ਅੱਗੇ ਜਿਹੜਾ ਵਾ ਇਹ ਸਮਾਜ ਜਿਹੜਾ ਵਾ ਉਹ ਮਤਲਬ ਆਪਣੇ ਜਿਹੜੀ ਆ ਤਬਦੀਲੀ ਉਹਦੇ 'ਚ ਆਉਂਦੀ ਰਹੀ ਆ, ਕਿਉਂਕਿ ਲਗਾਤਾਰ ਤਬਦੀਲੀ ਆਉਂਦੀ, ਜਦੋਂ ਸਮਾਜ 'ਚ ਤਬਦੀਲੀ ਆਉਂਦੀ ਰਹੀ ਆ ਉਹ ਟਾਈਮ ਦੇ ਉੱਤੇ ਫਿਰ ਰਾਜਨੀਤੀ 'ਚ ਤਬਦੀਲੀ ਆਉਂਦੀ ਰਹੀ ਆ, ਰਾਜਨੀਤਿਕ ਤਬਦੀਲੀ ਵੀ ਆਉਂਦੀ ਰਹੀ ਆ, ਧਾਰਮਿਕ ਤਬਦੀਲੀ ਆਉਂਦੀ ਰਹੀ ਆ ਅਤੇ ਆਰਥਿਕ ਤਬਦੀਲੀ ਵੀ ਆਉਂਦੀ ਰਹੀ ਆ। ਪਹਿਲਾਂ ਜਿਹੜੀ ਆ ਉਹ ਸਮਾਜਿਕ ਤਬਦੀਲੀ ਆਉਣੀ ਹੁੰਦੀ ਹੈ ਸਦਾ ਹੀ, ਕਿਉਂਕਿ ਸਮਾਜ 'ਚੋਂ ਹੀ ਸਾਰਾ ਕੁਛ ਬਣਨਾ ਹੁੰਦਾ। ਸਮਾਜ 'ਚ ਹੀ ਚੰਗੇ ਵਿਚਾਰ ਪੈਦਾ ਹੋਣੇ ਹੁੰਦੇ ਅਤੇ ਸਮਾਜ 'ਚ ਜਿਹੜੇ ਮਾੜੇ ਵਿਚਾਰ ਉਹ ਪੈਦਾ ਹੁੰਦੇ ਆ, ਜਿਹੜੇ ਉਹਨੂੰ ਨਿਗਾਰ ਵਾਲੇ ਖੜਦੇ, ਚੰਗੇ ਵਿਚਾਰ ਉਹਨੂੰ ਚੰਗੇ ਪਾਸੇ ਜਿਹੜੇ ਆ ਖੜਦੇ ਰਹੇ ਆ। ਜਦੋਂ ਆਪਣੇ ਇੱਥੇ ਜਿਹੜਾ ਹੌਲੀ ਹੌਲੀ ਵਿਕਾਸ ਹੋਇਆ, ਉਹ ਵਿਕਾਸ ਹੁੰਦਾ ਗਿਆ ਅਤੇ ਜਿਹੜਾ ਬੰਦਾ ਨਵੀਆਂ ਕਾਢਾਂ ਕੱਢਦਾ ਰਿਹਾ, ਉਹਦੇ ਤਿੰਨ ਆਧਾਰ ਆ। ਇੱਕ ਹੈਗਾ ਪੈਦਾਵਾਰ ਸ਼ਕਤੀ, ਉਹ ਪੈਦਾਵਾਰ ਕਰਦਾ, ਜਿਹੜਾ ਮਨੁੱਖ ਹੈ ਉਹਨੇ ਪੈਦਾ ਕੀਤਾ ਵਾ ਆਪਣੀ ਜ਼ਿੰਦਗੀ ਜਿਉਣ ਲਈ। ਜਦੋਂ ਉਹਨੇ ਪੈਦਾਵਾਰ ਵਧਾਈ ਆ, ਗਾਂਹ ਜਾ ਕੇ ਉਹਨੂੰ ਪੈਦਾਵਾਰ ਉਹਨੇ ਜਿਹੜੀ ਆ ਉੱਥੇ ਹੋਰ ਕੰਮ ਕੀਤਾ ਵਾ। ਜਦੋਂ ਪੈਦਾਵਾਰ ਵਧਾਈ ਆ ਅਤੇ ਮੁੜ ਕੇ ਅਗਲੇ ਬੰਨੇ ਸਵਾਲ ਆਇਆ, ਉਹਦੇ ਆਪਣੇ ਉੱਤੇ ਖੋਜ ਕੀਤੀ ਆ। ਜਦੋਂ ਉਹਤੇ ਪੈਦਾਵਾਰ 'ਤੇ ਲਗਾਤਾਰ ਖੋਜ ਕੀਤੀ ਆ ਤਾਂ ਉਹਨੂੰ ਨਵਾਂ ਗਿਆਨ ਪ੍ਰਾਪਤ ਹੋਇਆ। ਜਦੋਂ ਉਹਦੇ 'ਤੇ ਫਿਰ ਉਹ ਨਵੇਂ ਗਿਆਨ ਨੂੰ ਫਿਰ ਉਹ ਤਜਰਬੇ ਦੇ ਵਿੱਚ ਪਾਉਂਦਾ ਰਿਹਾ ਵਾ, ਉੱਤੇ ਐਕਸਪੈਰੀਮੈਂਟ ਕਰਦਾ ਰਿਹਾ ਵਾ, ਉਸ ਤੋਂ ਉਹਨੂੰ ਫਿਰ ਨਵਾਂ ਗਿਆਨ, ਨਵੀਂ ਚੀਜ਼ ਪੈਦਾ ਹੁੰਦੀ ਰਹੀ ਆ ਅਤੇ ਨਵਾਂ ਗਿਆਨ ਉਹਨੂੰ ਪੈਦਾ ਹੁੰਦਾ ਰਿਹਾ ਵਾ। ਅਤੇ ਇਹੀ ਵਿਕਾਸ ਦਾ ਜਿਹੜਾ ਜੋ ਵੀ ਵਿਕਾਸ ਸਾਨੂੰ ਅੱਜ ਦਿਸ ਰਿਹਾ, ਉਹ ਇਸੇ ਦਾ ਹੀ ਸਾਰਾ ਰਾਹ ਵਾ। ਪੈਦਾਵਾਰ ਸ਼ਕਤੀਆਂ ਵਾ ਅਤੇ ਪੈਦਾਵਾਰ ਦੇ ਉੱਤੇ ਮੁੜ ਕੇ ਗਿਆਨ ਆ ਅਤੇ ਜਿਹੜੀ ਖੋਜ ਆ ਉਹਦੀ, ਉਹ ਵਿਕਾਸ ਦਾ ਜਿਹੜਾ ਵਾ ਧੁਰਾ ਬਣੀ ਆ। ਅਤੇ ਇਸ ਦੇ ਨਾਲ ਮੁੜ ਕੇ ਜਮਾਤੀ ਸੰਘਰਸ਼, ਉਹਦੀ ਜਿਹੜੀ ਪੈਦਾਵਾਰ ਕੀਤੀ ਹੋਈ ਆ ਉਹਦੀ ਰਾਖੀ ਦਾ ਸਵਾਲ ਆਇਆ ਵਾ। ਇਹ ਸਾਰਾ ਜਿਹੜਾ ਵਿਕਾਸ ਆ, ਇਹ ਲਗਾਤਾਰ ਇਹ ਤਿੰਨ ਚੀਜ਼ਾਂ ਜਿਹੜੀਆਂ ਵਾ ਉਹਦਾ ਧੁਰਾ ਬਣਦੀਆਂ। ਉਹਦੇ ਨਾਲ ਬੰਦੇ ਦੀ ਜਿਹੜੀ ਆ ਗਿਆਨ ਆਉਂਦਾ ਵਾ ਅਤੇ ਚੇਤਨਾ ਵੱਧਦੀ ਆ। ਜਦੋਂ ਗਿਆਨ ਅਤੇ ਚੇਤਨਾ ਜਦੋਂ ਉਹਦੀ ਵੱਧਦੀ ਆ, ਫਿਰ ਉਹਦੇ 'ਤੇ ਉਹ ਜਿਹੜਾ ਵਾ ਤਜਰਬੇ ਕਰਦਾ ਵਾ, ਅਮਲ ਕਰਦਾ ਵਾ, ਅਤੇ ਉਹਦੇ ਨਾਲ ਹੋਰ ਗਿਆਨ ਚੇਤਨਾ ਵੱਧਦੀ ਆ। ਫਿਰ ਹੋਰ ਉਹ ਆਪਣਾ ਜਿਹੜਾ ਵਾ ਉਹਦੇ 'ਤੇ ਤਜਰਬਾ ਕਰਦਾ ਵਾ, ਅਮਲ ਕਰਦਾ ਵਾ, ਅਤੇ ਫਿਰ ਉਹਦੇ ਨਾਲ ਹੋਰ ਗਿਆਨ ਵੱਧਦਾ। ਉਹਦੇ ਨਾਲ ਹੀ ਲਗਾਤਾਰ ਇਹ ਕੰਮ ਜਿਹੜਾ ਵਾ ਤੁਰਿਆ ਜਾ ਰਿਹਾ ਅਤੇ ਉਹਦੇ ਨਾਲ ਹੀ ਇਹ ਸਾਰਾ ਵਿਕਾਸ ਸਾਨੂੰ ਜਿਹੜਾ ਵਾ ਇੱਥੇ ਧਰਤੀ 'ਤੇ ਆ ਉਹ ਦਿਸ ਰਿਹਾ ਵਾ। ਇਹਦੇ ਨਾਲ ਜਿਹੜਾ ਆਪਣਾ ਇਹਦੇ ਨਾਲ ਜਿਹੜੀਆਂ ਆਪਣੇ ਪੈਦਾਵਾਰ ਸ਼ਕਤੀਆਂ ਵਾ, ਜੋ ਕੁਦਰਤ ਦੇ ਨਾਲ ਲੜ ਝਗੜ ਕੇ, ਕੁਦਰਤ ਦੇ ਨਾਲ ਭੇੜ ਕਰਕੇ ਮਨੁੱਖ ਪੈਦਾ ਕਰਦਾ ਵਾ, ਉਹਨਾਂ ਦੇ ਉੱਤੇ ਫਿਰ ਜਿਹੜੇ ਤਾਕਤਵਰ ਆ ਉਹ ਉੱਤੇ ਕਬਜ਼ਾ ਕਰਦੇ ਆ। ਅਤੇ ਉਹ ਜਿਹੜੇ ਲਤਾੜੇ ਵਰਗ ਆ, ਜਿਸ ਤਰ੍ਹਾਂ ਸ਼ੂਦਰ ਅਤੇ ਵੈਸ਼, ਜਿਸ ਤਰ੍ਹਾਂ ਉਹਨਾਂ ਵੰਡਿਆ ਹੋਇਆ ਸਮਾਜ ਨੂੰ, ਅਤੇ ਉਹਨਾਂ ਕੋਲੋਂ ਉਹ ਵਿਹੂਣੇ ਹੋ ਜਾਂਦੇ ਆ। ਜਦੋਂ ਉਹ ਵਿਹੂਣੇ ਹੋ ਜਾਂਦੇ ਆ ਤਾਂ ਉਹਨਾਂ ਨੂੰ ਰੋਜੀ ਰੋਟੀ ਦਾ ਸਵਾਲ ਪੈਦਾ ਹੁੰਦਾ ਵਾ। ਉਹਨਾਂ ਕੋਲ ਦੋ ਵਕਤ ਦੀ ਰੋਟੀ ਵੀ ਜਿਹੜੀ ਆ ਪੂਰੀ ਨਹੀਂ ਹੋ ਰਹੀ, ਅਤੇ ਜਿਹੜੇ ਥੋੜ੍ਹੇ ਜਿਹੇ ਲੋਕ ਆ ਉਹ ਐਸ਼ ਇਸ਼ਰਤ ਕਰਦੇ ਆ, ਉਹ ਪੈਦਾਵਾਰ ਸ਼ਕਤੀਆਂ 'ਤੇ ਕਬਜ਼ਾ ਕਰ ਜਾਂਦੇ ਆ। ਇਹ ਸਵਾਲ ਜਿਹੜਾ ਇਹ ਆਪਣੇ ਸਾਹਮਣੇ ਪੈਦਾ ਹੋ ਜਾਂਦਾ ਵਾ। ਅਤੇ ਇਹਦੇ ਤੋਂ ਅੱਗੇ ਜਾ ਕੇ ਮੇਰਾ ਸਵਾਲ ਕੱਟਦਾ ਵਿੱਚੋਂ, ਜੇਕਰ ਆਪਾਂ ਅੱਜ ਦੀ ਗੱਲ ਕਰਦੇ ਹਾਂ, ਅੱਜ ਦੇ ਸਮੇਂ ਦੀ ਗੱਲ ਕਰਨਾ ਵੀ ਅੱਜ ਜਿਹੜਾ ਮਾਹੌਲ ਆ ਉਹ ਕਿਵੇਂ ਚੱਲ ਰਿਹਾ ਵਾ। ਜਦੋਂ ਭਗਤੀ ਲਹਿਰ ਚੱਲੀ ਸੀ ਜਾਂ ਗੁਰੂ ਨਾਨਕ ਸਾਹਿਬ ਦੇ ਆਉਣ ਤੋਂ ਬਾਅਦ ਜੋ ਜੱਗ ਜਿਹੜਾ ਹਨੇਰੇ ਵਿੱਚ ਸੀਗਾ, ਜੋ ਚਾਨਣਾ ਉਹਨਾਂ ਨੇ ਪਾਇਆ ਵਾ, ਉਸ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਜਿਹੜਾ ਹੁਣ ਸਿਸਟਮ ਚੱਲ ਰਿਹਾ, ਹੁਣ ਵੋਟਾਂ ਦਾ ਸਿਸਟਮ ਚੱਲਦਾ ਹੈ ਵੀ ਕੁਝ ਚੰਦ ਬੰਦੇ ਵੋਟਾਂ ਲੈ ਕੇ ਅਤੇ ਕੁਰਸੀ ਉੱਤੇ ਬਹਿ ਜਾਂਦੇ ਨੇ,
ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਉਦੋਂ ਤਾਂ ਸਵਾਲ ਉਹਨਾਂ ਦੇ ਜਿਹੜੇ ਆ ਹੋਰ ਹੁੰਦੇ ਨੇ, ਜਵਾਬ ਹੋਰ ਹੁੰਦੇ ਨੇ। ਜਦੋਂ ਵੋਟਾਂ ਲੈ ਕੇ ਉੱਤੇ ਬਹਿ ਜਾਂਦੇ ਨੇ ਫਿਰ ਉਹ ਲੋਕਾਂ ਵਾਸਤੇ ਕੋਈ ਕੰਮ ਨਹੀਂ ਕਰਦੇ। ਜੋ ਵੀ ਇਹ ਗੁਲਾਮੀ ਦਾ ਜਾਂ ਸਰਮਾਏਦਾਰੀ ਦਾ ਜਾਂ ਕੈਪੀਟਲਿਜ਼ਮ ਦਾ ਜਿਹੜਾ ਇਹ ਤਾਣਾ ਬਾਣਾ ਵਿਸ਼ਾ ਹੋਇਆ ਵਾ, ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਤੇ ਇਹਦਾ ਜਿਹੜਾ ਪ੍ਰਭਾਵ ਹੈ ਸਮਾਜ ਦੇ ਉੱਤੇ, ਕਿ ਜੋ ਜਿੰਨੀ ਵੀ ਵੈਲਥ ਹੈ ਕੁਝ ਬੰਦਿਆਂ ਦੇ ਹੱਥ ਵਿੱਚ ਹੀ ਹੈਗੀ ਆ, ਸਾਰਾ ਪੈਸਾ ਜਿਹੜਾ ਵਾ ਕੁਝ ਚੰਦ ਬੰਦਿਆਂ ਦੇ ਹੱਥ ਵਿੱਚ ਹੈਗਾ ਵਾ, ਜਦ ਕਿ ਬਾਕੀ ਜਿਹੜੇ ਆ ਹਿੱਸਾ ਵਾ ਦੇਸ਼ ਦਾ ਉਹ ਸਾਰਾ ਗਰੀਬ ਆ। ਤੇ ਇਹ ਜਿਹੜੀ ਆ ਪੈਸੇ ਦੀ ਵੰਡ ਆ, ਇਹ ਜਿਹੜੀ ਮਤਲਬ ਅਨਇਕੁਅਲ ਵੰਡ ਆ, ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਤੇ ਇਹਦਾ ਸਮਾਜ ਦੇ ਉੱਤੇ ਕੀ ਅਸਰ ਹੈ? ਠੀਕ ਹੈ। ਇਹਦੇ ਤੇ ਇਹੀ ਹੈ ਵੀ ਜਿਹੜੀ ਸਾਡੀ ਭਗਤੀ ਲਹਿਰ ਚੱਲੀ ਜਾਂ ਗੁਰੂ ਸਾਹਿਬ ਵਾਲੀ ਜਿਹੜੀ ਲਹਿਰ ਚੱਲੀ ਆ, ਉਹਨਾਂ ਨੇ ਬੁਰੀ ਤਰ੍ਹਾਂ ਪੁਜਾਰੀ ਵਰਗ ਨੂੰ ਤੋੜਿਆ। ਜਿਹੜਾ ਮੁੱਲਾ ਵਰਗ ਸੀ ਬੁਰੀ ਤਰ੍ਹਾਂ ਤੋੜਿਆ। ਜਿਹੜੇ ਧਰਮ ਦੇ ਨਾਂ 'ਤੇ ਠੇਕੇਦਾਰ ਬਣੇ ਹੋਏ ਸੀ ਅਤੇ ਲੋਕਾਂ ਨੂੰ ਲੁੱਟਦੇ ਸੀ ਅਤੇ ਕਰਮਕਾਂਡ ਕਰਦੇ ਸੀ ਅਤੇ ਲੋਕਾਂ 'ਚ ਵੰਡੀਆਂ ਪਾ ਕੇ ਅਤੇ ਧਰਮ ਦੇ ਨਾਂ 'ਤੇ ਉਹਨਾਂ ਨੂੰ ਲੜਾ ਪੜਾ ਕੇ ਅਤੇ ਆਪਣਾ ਉੱਲੂ ਸਿੱਧਾ ਕਰਦੇ ਸੀ ਅਤੇ ਰਾਜੇ ਦੀ ਸੇਵਾ ਕਰਦੇ ਸੀਗੇ। ਉਹਨਾਂ ਨੂੰ ਬੁਰੀ ਤਰ੍ਹਾਂ ਨਿੰਦਿਆ ਵਾ ਗੁਰੂ ਸਾਹਿਬ ਨੇ, ਬੁਰੀ ਤਰ੍ਹਾਂ। ਉਹਦੇ ਵਿੱਚ ਜਿਸ ਤਰ੍ਹਾਂ ਇੱਕ ਥਾਂ ਉਹਨਾਂ ਨੇ ਇਹ ਵੀ ਕਿਹਾ, ਗਿਆਨ ਵੂਣਾ ਗਾਵੇ ਗੀਤ, ਭੁੱਖੇ ਮੁੱਲਾ ਘਰੇ ਮਸੀਤ। ਮਤਲਬ ਇਸ ਤਰੀਕੇ ਨਾਲ ਉਹਨਾਂ ਨੇ ਜਿਹੜਾ ਵਾ ਮੁੱਲਾਂ ਨੂੰ ਜਿਹੜਾ ਵਾ ਪੂਰੀ ਤਰ੍ਹਾਂ ਪਛਾੜਿਆ। ਇਸੇ ਤਰ੍ਹਾਂ ਪੁਜਾਰੀਆਂ ਨੂੰ ਜਿਹੜਾ ਵਾ ਬੁਰੀ ਤਰ੍ਹਾਂ ਲਤਾੜਿਆ ਅਤੇ ਸਮਾਜ ਨੂੰ ਇੱਕ ਨਵੀਂ ਸੇਧ ਦਿੱਤੀ। ਨਵੀਂ ਸੇਧ ਦੇ ਕੇ ਉਹਨਾਂ ਜਿਹੜਾ ਵਾ ਜੋੜਿਆ, ਵਿਚਾਰ ਨਾਲ ਜੋੜਿਆ ਵੀ ਵਿਚਾਰ ਕਰੋ, ਸ਼ਬਦ ਗੁਰੂ ਆ, ਸ਼ਬਦ ਤੇ ਗੁਰੂ ਦੇ ਉੱਤੇ ਵਿਚਾਰ ਕਰਕੇ ਅਤੇ ਉਹ ਤੋਂ ਸ਼ਬਦ ਤੋਂ ਜਿਹੜਾ ਵਾ ਨਵਾਂ ਰਾਹ ਲਓ ਅਤੇ ਉਹਦੇ 'ਤੇ ਅਮਲ ਕਰੋ। ਉਹਦੇ ਨਾਲ ਤੁਸੀਂ ਜਿਹੜਾ ਵਾ ਆਪਣੀ ਵਧੀਆ ਜ਼ਿੰਦਗੀ ਜਿਹੜੀ ਆ ਉਹ ਜੀ ਸਕਦੇ ਜੋ। ਜਿੰਨੀ ਉਹਨਾਂ ਨੇ ਸਾਰੀ ਬਾਣੀ ਰਚੀ ਆ ਉਹ ਸਾਰੀ ਉਸੇ ਸੇਧ ਦੇ ਵਿੱਚ ਆ ਅਤੇ ਜਿਹੜੀ ਸਾਨੂੰ ਜਿਹੜਾ ਵਾ ਇੱਕ ਨਵਾਂ ਸਬਕ ਦਿੰਦੀ ਆ, ਨਵਾਂ ਰਾਹ ਦਿੰਦੀ ਆ। ਉਹਦੇ ਵਿੱਚ ਉਹਨਾਂ ਨੇ ਕਿਰਤ ਕਰੋ ਵੰਡ ਕੇ ਛਕੋ ਨਾਮ ਜਪ ਦਾ ਸਿਧਾਂਤ ਵੀ ਦਿੱਤਾ ਵੀ ਕਿਰਤ ਕਰਨੀ। ਤੂੰ ਮੇਰਾ ਜਿਹੜਾ ਹੈਗਾ ਵਾ ਸਾਡਾ ਜਿਹੜਾ ਸਿੱਖ ਆ, ਜਿਹੜਾ ਸਿਖਿਆਰਥੀ ਆ ਜਾਂ ਜਿਹੜਾ ਸਿੱਖ ਦਾ ਮਤਲਬ ਸੱਚਾ ਵੀ ਆ, ਜਿਹੜਾ ਸੱਚਾ ਆਦਮੀ ਆ ਉਹ ਕਿਰਤ ਕਰਦਾ ਵਾ। ਕਿਰਤ ਕਰਕੇ ਉਹਦਾ ਮਤਲਬ ਬਣਦਾ ਵੀ ਕਿਰਤ ਕਰਕੇ ਵੰਡ ਕੇ ਛਕੇ ਅਤੇ ਨਾਮ ਜਪੇ, ਗਿਆਨ ਪ੍ਰਾਪਤ ਕਰੇ ਅਤੇ ਇਸ ਤਰੀਕੇ ਨਾਲ ਸਮਾਜ ਜਿਹੜਾ ਬਹੁਤ ਵਧੀਆ ਬਣ ਸਕਦਾ। ਇਹ ਸੰਕਲਪ ਬਹੁਤ ਵੱਡਾ ਵਾ। ਇਹ ਸਾਰੀ ਦੁਨੀਆ ਨੂੰ ਆਪਣੇ ਕਲਾਵੇ 'ਚ ਲੈਂਦਾ। ਇਹ ਸਾਰੀ ਦੁਨੀਆ ਦੇ ਉੱਤੇ ਆਪਣਾ ਪਾਤਸ਼ਾਹੀ ਦਾਵਾ ਠੋਕਦਾ ਵਾ। ਇਹ ਕੋਦਾਂ 'ਚ ਨਹੀਂਗਾ ਵੀ ਇਹਦੀ ਪੰਜਾਬ ਦੀ ਅੱਧ ਹੋ ਜੇ ਜਾਂ ਦੇਸ਼ ਦੀ ਅੱਧ ਹੋਵੇ। ਉਹ ਜਿਹੜਾ ਪਾਤਸ਼ਾਹੀ ਦਾਵਾ ਵਾ ਸਾਡੇ ਗੁਰੂ ਸਾਹਿਬ ਦਾ, ਉਹ ਪੂਰੇ ਵਿਸ਼ਵ ਨੂੰ ਆਪਣੇ ਕਲਾਵੇ 'ਚ ਲੈਂਦਾ। ਅਤੇ ਇਹ ਅੱਜ ਵੀ ਜਿੰਨੇ ਇਜ਼ਮ ਚੱਲ ਰਹੇ ਆ ਇਸ ਵੇਲੇ ਵੀ, ਕਮਿਊਨਿਜ਼ਮ ਆ ਉਹ ਵੀ ਫੇਲ ਹੋ ਚੁੱਕਾ। ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਜਿਹੜਾ ਕੈਪੀਟਲਿਜ਼ਮ ਆ ਉਹਦਾ ਵੀ ਆ ਜੋ ਦੌਰ ਚੱਲ ਰਿਹਾ ਉਹ ਵੀ ਫੇਲ ਆ। ਉਹਦੇ ਵਿੱਚ ਵੀ ਲੋਕਾਂ ਜਿੰਨੀ ਕਾਣੀ ਵੰਡ ਚੱਲ ਰਹੀ ਆ, ਜਿਸ ਤਰ੍ਹਾਂ ਲੋਕ ਮਰ ਰਹੇ ਆ, ਗਰੀਬ ਹੋ ਰਹੇ ਆ, ਉਹਨਾਂ ਦਾ 2 ਵੇਲੇ ਦੀ ਰੋਟੀ ਖੋਈ ਜਾ ਰਹੀ ਆ, ਉਹ ਵੀ ਫੇਲ ਆ। ਅਤੇ ਉਹਦਾ ਜਿਹੜਾ ਵਾ ਆਰਥਿਕ ਦਿਵਾਲਾ ਨਿਕਲ ਰਿਹਾ ਦੇਸ਼ਾਂ ਦੇ ਵਿੱਚ। ਅਤੇ ਉਹਦੇ ਵਿੱਚੋਂ ਜੇ ਅੱਜ ਵੀ ਕੋਈ ਰਾਹ ਦਿਸ ਰਿਹਾ ਵਾ ਜੋ ਸਾਰੇ ਵਿਸ਼ਵ ਨੂੰ ਆਪਣਾ ਸੰਭਾਲ ਸਕਦਾ ਜਾਂ ਸਾਰੇ ਸਮਾਜ ਨੂੰ ਜਿਹੜਾ ਵਿਸ਼ਵ ਦਾ ਸਮਾਜ ਆ ਉਹਨਾਂ ਨੂੰ ਕੋਈ ਚੰਗੀ ਦਿਸ਼ਾ ਦੇ ਸਕਦਾ, ਅਤੇ ਉਹ ਇਹੀ ਜਿਹੜਾ ਗੁਰੂ ਸਾਹਿਬ ਦਾ ਸਿਧਾਂਤ ਹੈ, ਕਿਰਤ ਕਰੋ ਵੰਡ ਕੇ ਛਕੋ ਨਾਮ ਜਪੋ। ਇਹ ਸਿਧਾਂਤ ਜਿਹੜਾ ਵਾ ਉਹਨਾਂ ਨੂੰ ਜਿਹਦੇ 'ਚ ਸਬਰ ਸੰਤੋਖ ਆਊਗਾ, ਜਿਹਦੇ ਨਾਲ ਹੋਰ ਸਾਰੇ ਜਿਹੜੇ ਆ ਲੋਕ ਰਲ ਮਿਲ ਕੇ ਰਹਿਣਗੇ, ਜਿਸ ਧਰਮ ਦੀਆਂ ਵਰਗਣਾ 'ਚੋਂ ਨਿਕਲਣਗੇ, ਜਾਤ ਪਾਤ ਦੀਆਂ ਵਰਗਣਾ 'ਚੋਂ ਨਿਕਲਣਗੇ, ਜਿਹਦੇ 'ਚ ਇੱਕ ਚੰਗਾ ਸਮਾਜ ਬਣਦੀ ਜਿਹੜੀ ਕਿਰਿਆਸ਼ੀਲ ਹੋਊਗਾ। ਉਹ ਸਾਡਾ ਗੁਰੂ ਸਾਹਿਬ ਦਾ ਸਿਧਾਂਤ ਆ ਜਿਹੜਾ ਸਾਡੇ ਗੁਰੂ ਸਾਹਿਬ ਨੇ ਦਿੱਤਾ ਵਾ। ਅਤੇ ਇਸਦੇ ਨਾਲ ਜੋ ਅੱਜ ਦਾ ਕੈਪੀਟਲਿਜ਼ਮ ਆ ਜੋ ਚੱਲ ਰਿਹਾ ਦੇਸ਼ ਦੇ ਵਿੱਚ ਇਸ ਟਾਈਮ 'ਤੇ ਚੱਲ ਰਿਹਾ, ਅੰਗਰੇਜ਼ਾਂ ਤੋਂ ਬਾਅਦ ਜਿਹੜਾ ਆਇਆ ਵਾ, ਅਤੇ ਉਹਦੇ ਨਾਲ ਸਮਾਜ ਦੇ ਉੱਤੇ ਬਹੁਤ ਵੱਡੇ ਪ੍ਰਭਾਵ ਪਏ ਆ। ਸਮਾਜ ਪਹਿਲਾਂ ਵੀ ਜੋ ਰਾਜੇ ਮਹਾਰਾਜੇ ਉਦੋਂ ਵੀ ਸਮਾਜ ਬੜੀ ਟੁੱਟ ਭੱਜ ਹੁੰਦੀ ਰਹੀ ਆ। ਸਮਾਜ ਦੇ ਉੱਤੇ ਪ੍ਰਭਾਵ ਪੈਣ ਕਰਕੇ ਉਹ ਫਿਰ ਉਹ ਸਾਰੇ ਪ੍ਰਭਾਵ ਉਹ ਦਿਸਦੇ ਰਹੇ ਆ। ਜਿਸ ਤਰ੍ਹਾਂ ਜਿਹੜੀ ਵਰਨ ਵੰਡ ਉਹ ਅੱਜ ਵੀ ਚੱਲ ਰਹੀ ਆ। ਅਸਲ ਦੇ ਵਿੱਚ ਕੀ ਹੋਇਆ ਵੀ ਜਿਹੜੇ ਭਗਤੀ ਲਹਿਰ ਆ ਜਾਂ ਸਾਡੇ ਗੁਰੂਆਂ ਦੀ ਲਹਿਰ ਆ ਉਹਦੇ ਉੱਤੇ ਜਿਹੜਾ ਵਾ ਬ੍ਰਾਹਮਣਵਾਦ ਜਿਹੜਾ ਵਾ ਫਿਰ ਛਾ ਗਿਆ। ਚਾਹੇ ਗੌਤਮ ਬੁੱਧ ਜੀ ਨੇ ਜਿਹੜਾ ਬੁੱਧ ਧਰਮ ਦੀ ਜਿਹੜੀ ਕੀਤੀ ਸੀ ਉਹ ਵੀ ਬੜਾ ਹੈਗਾ ਸੀ, ਗਾਂਹ ਵਧੂ ਧਰਮ ਸੀਗਾ। ਉਹਦੇ ਉੱਤੇ ਵੀ ਬਾਅਦ ਜਾ ਕੇ ਗਲਬਾ ਪਾ ਲਿਆ ਜਿਹੜਾ ਹੈਗਾ ਵਾ ਬ੍ਰਾਹਮਣਵਾਦ ਆ। ਅਤੇ ਇਸੇ ਤਰ੍ਹਾਂ ਸਾਡੇ ਸਿੱਖ ਧਰਮ ਦੇ ਉੱਤੇ ਵੀ ਉਹਨਾਂ ਨੇ ਗਲਬਾ ਪਾ ਲਿਆ। ਅਤੇ ਇਸੇ ਤਰ੍ਹਾਂ ਉਹਨਾਂ ਨੇ ਜਿਹੜੇ ਭਗਤੀ ਲਹਿਰ ਜਿੰਨੀਆਂ ਚੱਲੀਆਂ ਉਹਨਾਂ ਉੱਤੇ ਵੀ ਆਪਣਾ ਗਲਬਾ ਪਾਇਆ, ਉਹਨਾਂ ਨੂੰ ਬਾਹਰ ਨਹੀਂ ਨਿਕਲਣ ਦਿੱਤਾ। ਅੱਜ ਵੀ ਜੇ ਅਸੀਂ ਵੇਖੀਏ ਅਤੇ ਸਾਡੇ ਸਿੱਖ ਸਮਾਜ ਦੇ ਵਿੱਚ ਕਰਮਕਾਂਡ ਹੋ ਰਹੇ ਆ, ਵਹਿਮ ਭਰਮ ਉਸ ਫੈਲੇ ਪਏ ਆ, ਹੋਰ ਬੜੇ ਕੁਛ ਜਿਹੜਾ ਵਾ ਉਹ ਕੁਛ ਹੋ ਰਿਹਾ, ਮੂਰਤੀ ਪੂਜਾ ਹੋ ਰਹੀ ਆ, ਬੁੱਤ ਪੂਜਾ ਹੋ ਰਹੀ ਆ। ਉਹ ਜੋ ਗੁਰੂ ਸਾਹਿਬ ਨੇ ਖੰਡਨ ਕੀਤਾ ਜਿਹੜੀਆਂ ਗੱਲਾਂ ਦਾ, ਉਹ ਗੱਲਾਂ ਅੱਜ ਸਿੱਖ ਧਰਮ ਨਾਲ ਜੋੜ ਕੇ ਉਹ ਸਾਰੀਆਂ ਫੇਰ ਹੋ ਰਹੀਆਂ ਵਾ। ਅਤੇ ਉਹ ਆਪਣੇ ਆਪ ਦੇ ਵਿੱਚ ਇੱਕ ਜਿਹੜਾ ਵਾ ਬਹੁਤ ਵੱਡਾ ਸਵਾਲ ਬਣਦਾ ਵਾ। ਅਤੇ ਉਹ
ਉਹਨਾਂ ਚੀਜ਼ਾਂ ਦਾ ਜੇ ਚੀਜ਼ਾਂ ਬ੍ਰਾਹਮਣਵਾਦ ਚੋਂ ਨਿਕਲਣਾ ਵਾ ਤਾਂ ਅੱਜ ਵੀ ਗੁਰੂ ਸਾਹਿਬ ਦੀ ਜਿਹੜੀ ਵਿਚਾਰਧਾਰਾ ਵਾ ਉਹਨਾਂ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਉਹਨਾਂ ਦੇ ਹੱਥਾਂ ਦਾ ਲਿਖਿਆ ਹੋਇਆ ਵਾ, ਗੁਰੂ ਅਰਜਨ ਦੇਵ ਸਾਹਿਬ ਨੇ ਜਿਹਨੂੰ ਸੰਪਾਦਿਤ ਕੀਤਾ ਵਾ, ਉਹ ਹੀ ਰਾਹ ਵਿਖਾਉਂਦਾ ਵਾ ਜਿਹ 'ਚ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਰਿਵਾਰ ਵਾਲਿਆ, ਗੁਰੂ ਤੇਗ ਬਹਾਦਰ ਸਾਹਿਬ ਨੇ ਧਾਰਮਿਕ ਕੱਟੜਤਾ ਦੇ ਖਿਲਾਫ ਆਪਣੀ ਜਿਹੜੀ ਹੈ ਸ਼ਹੀਦੀ ਦਿੱਤੀ ਆ। ਤੇ ਧਾਰਮਿਕ ਕੱਟੜਤਾ ਮਾੜੀ ਹੁੰਦੀ ਆ, ਚਾਹੇ ਉਹ ਕਿਸੇ ਵੀ ਧਰਮ ਵੱਲੋਂ ਹੋਵੇ, ਉਹ ਸਦਾ ਹੀ ਮਾੜੀ ਹੁੰਦੀ, ਉਹ ਸਮਾਜ ਨੂੰ ਜਿਹੜੇ ਆ ਬਿਲਕੁਲੋਂ ਖੇਰੂ ਕਰ ਦਿੰਦੀ ਤੇ ਸਮਾਜ ਦਾ ਨੁਕਸਾਨ ਕਰਦੀ ਹੈ। ਤੇ ਉਹ ਹੀ ਸਾਡੇ ਗੁਰੂ ਸਾਹਿਬ ਨੇ ਉਹਨਾਂ ਚੀਜ਼ਾਂ ਦਾ ਵਿਰੋਧ ਕੀਤਾ, ਸਾਰੀ ਉਮਰ ਉਹਨਾਂ ਚੀਜ਼ਾਂ ਦਾ ਵਿਰੋਧ ਕੀਤਾ ਤੇ ਲੋਕਾਂ ਨੂੰ ਇੱਕ ਨਵਾਂ ਰਸਤਾ ਦੱਸਿਆ ਵਾ। ਪਰ ਅੱਜ ਜੋ ਇਸ ਟਾਈਮ ਤੇ ਉੱਤੇ ਜੋ ਕੈਪੀਟਲਿਜ਼ਮ ਚੱਲ ਰਿਹਾ, ਪੂੰਜੀਵਾਦ ਦਾ ਜਿਹੜਾ ਯੁੱਗ ਚੱਲ ਰਿਹਾ ਵਾ, ਸਰਮਾਏਦਾਰੀ ਦਾ ਜਿਹੜਾ ਯੁੱਗ ਚੱਲ ਰਿਹਾ, ਜਿਹਨੂੰ ਅਮਰੀਕਾ ਸਾਮਰਾਜ ਕੰਟਰੋਲ ਕਰ ਰਿਹਾ ਵਾ, ਤੇ IMF, ਵਿਸ਼ਵ ਬੈਂਕ ਤੇ ਵਿਸ਼ਵ ਵਪਾਰ ਸੰਸਥਾ ਸਾਰੇ ਸਾਡੇ ਗਰੀਬ ਦੇਸ਼ਾਂ ਨੂੰ, ਵਿਕਾਸਸ਼ੀਲ ਦੇਸ਼ਾਂ ਨੂੰ ਜਿਹੜਾ ਵਾ ਉਹ ਦਿਸ਼ਾ ਨਿਰਦੇਸ਼ ਦੇ ਰਹੀਆਂ, ਤਾਂ ਉਹਨਾਂ ਦੀ ਕਹਿਣ ਦੇ ਉੱਤੇ ਨੀਤੀਆਂ ਬਣ ਰਹੀਆਂ ਵਾ, ਉਹਨਾਂ ਦੇ ਕਹਿਣ ਉੱਤੇ ਸਾਰਾ ਕੁਝ ਹੋ ਰਿਹਾ। ਜਿਸ ਤਰ੍ਹਾਂ ਇੰਡੀਆ ਦੇ ਵਿੱਚ ਹੋ ਰਿਹਾ ਵਾ, ਉਹਦੇ ਨਾਲ ਜੋ ਆਪਣੇ ਸਮਾਜ ਦੇ ਉੱਤੇ ਬੜੇ ਵੱਡੇ ਪ੍ਰਭਾਵ ਪੈ ਰਹੇ ਆ। ਜੋ ਵੀ ਇਹ ਕੈਪੀਟਲਿਜ਼ਮ ਚੱਲ ਰਿਹਾ, ਇਹਦੇ ਨਾਲ ਸਮਾਜ 'ਚ ਬੜੀ ਵੱਡੀ ਤੋੜ ਪਾਉਂਦੇ ਆ। ਭਾਵੇਂ ਸਾਡੇ ਕੋਲ ਗੁਰੂ ਸਾਡੇ ਰਾਹ ਦੱਸੇਰਾ ਵਾ, ਪਰ ਸਮਾਜ ਦੇ ਵਿੱਚ ਬਹੁਤ ਵੱਡਾ ਖਲਾਅ ਪੈਦਾ ਹੋਇਆ ਵਾ, ਬਹੁਤ ਵੱਡਾ ਪਾੜਾ ਵਾ, ਆਰਥਿਕ ਪਾੜਾ ਵਾ, ਬਹੁਤ ਵੱਡਾ ਰਾਜਨੀਤਿਕ ਤੌਰ 'ਤੇ ਜਾਂ ਧਾਰਮਿਕ ਤੌਰ 'ਤੇ ਜਾਂ ਸਮਾਜਿਕ ਤੌਰ 'ਤੇ ਬੜੀ ਵੱਡੀ ਜਿਹੜੀ ਇੱਕ ਹਿਸਾਬ ਦੀ ਲੁੱਟ ਖਸੁੱਟ ਚੱਲ ਰਹੀ ਆ। ਤੇ ਲੋਕ ਜਿਹੜੇ ਆ ਬੁਰੀ ਤਰ੍ਹਾਂ ਲੁੱਟੇ ਜਾ ਰਹੇ, ਉਹਨਾਂ ਦਾ ਸ਼ੋਸ਼ਣ ਹੋ ਰਿਹਾ ਵਾ, ਤੇ ਜਾਤਾਂ ਪੁੱਤਾਂ 'ਚ ਬੁਰੀ ਤਰ੍ਹਾਂ ਵੰਡੇ ਹੋਏ ਆ, ਬਹੁਤ ਬੁਰੀ ਤਰ੍ਹਾਂ ਜਿਹੜੇ ਆ ਉਪ ਜਾਤਾਂ 'ਚ ਵੰਡੇ ਹੋਏ ਆ, ਤੇ ਸਮਾਜ ਬੜੀ ਜਿਹੜਾ ਵਾ ਨਿਗਾਰ ਦੇ ਵਿੱਚ ਆਪਣੀ ਜਿਹੜੀ ਆ ਉਹ ਜਾ ਰਿਹਾ ਵਾ, ਤੇ ਬਹੁਤ ਬੁਰੀ ਤਰ੍ਹਾਂ ਸਮਾਜਿਕ ਤਾਣਾ ਬਣਾ ਇਸ ਟਾਈਮ ਦੇ ਉੱਤੇ ਉਹ ਟੁੱਟਿਆ ਹੋਇਆ ਵਾ। ਲੋਕਾਂ ਦੇ ਵਿੱਚ ਜਿਹੜੀ ਆ ਇੱਕ ਦੂਜੇ ਦੇ ਨਾਲ ਸਵਾਰਥ ਦੀ ਭਾਵਨਾ ਵੱਧ ਗਈ ਆ, ਸਵਾਰਥ ਦੀ ਭਾਵਨਾ ਵਾ, ਤੇ ਜਿਹੜਾ ਵਾ ਉਹਨਾਂ ਦਾ ਜਿਹੜਾ ਆਪਸ ਵਿੱਚ ਤਾਲਮੇਲ ਆ ਉਹ ਕੋਈ ਨਹੀਂ ਹੈਗਾ। ਉਹਨਾਂ ਨੂੰ ਜਿਹੜੀ ਸਰਮਾਏਦਾਰ ਜਮਾਤ ਆ ਉਹ ਸਮਾਜ ਨੂੰ ਤੋੜ ਫੋੜ ਕੇ ਰੱਖਦੀ ਆ, ਉਹਨਾਂ ਨੂੰ ਵੰਡ ਕੇ ਰੱਖਦੀ ਆ, ਉਹਨਾਂ ਨੂੰ ਲੜਾ ਕੇ, ਉਹਨਾਂ ਨੂੰ ਜਾਤਾਂ ਧਰਮਾਂ ਦੇ ਵਿੱਚ ਲੜਾ ਕੇ ਆਪਣਾ ਉਲੂ ਸਿੱਧਾ ਕਰ ਦਿੱਤਾ। ਆਪਣਾ ਰਾਜ ਦੀ ਜਿਹੜੀ ਸ਼ਕਤੀ ਆ ਉਹਨੂੰ ਉਹ ਪੱਕਿਆ ਕਰਨ ਦਾ ਜਿਹੜਾ ਵਾ ਉਹ ਕੰਮ ਕਰਦੀ ਆ। ਜਿਸ ਤਰ੍ਹਾਂ ਪਹਿਲਾਂ ਰਾਜੇ ਮਹਾਰਾਜੇ ਕਰਦੇ ਸੀ, ਉਸੇ ਤਰ੍ਹਾਂ ਅੱਜ ਵੋਟਾਂ ਵਾਲੇ ਪ੍ਰਬੰਧ ਦੇ ਵਿੱਚ ਉਹੀ ਦਾ ਪੇਜ ਸਾਰੇ ਜਿਹੜੇ ਆ ਉਹ ਵਰਤੇ ਜਾ ਰਹੇ ਆ। ਤੇ ਸਮਾਜਿਕ ਤਬਦੀਲੀ ਤੋਂ ਬਗੈਰ ਕਿਤੇ ਵੀ ਇੱਥੇ ਰਾਜਨੀਤਿਕ ਤਬਦੀਲੀ ਨਹੀਂ ਕੀਤੀ ਜਾ ਸਕਦੀ। ਤੇ ਜਦੋਂ ਰਾਜਨੀਤਿਕ ਤਬਦੀਲੀ ਆਊਗੀ ਫਿਰ ਆਰਥਿਕ ਤਬਦੀਲੀ ਆਊਗੀ। ਹਾਂ, ਜੋ ਸਮਾਜਿਕ ਤਬਦੀਲੀ ਤਾਂ ਹੋਣੀ ਆ ਜੇ ਅਸੀਂ ਉਹ ਸਾਰੀਆਂ ਚੀਜ਼ਾਂ ਸਮਝਾਂਗੇ, ਜੇ ਅਸੀਂ ਉਹ ਸਾਰੀਆਂ ਚੀਜ਼ਾਂ ਸਮਝ ਗਏ ਜਿਹਦੇ ਵਿੱਚ ਵੀ ਇਹ ਸਮਾਜ 'ਚ ਨਿਘਾਰ ਕਿਉਂ ਆਇਆ ਵਾ, ਉਹਦੇ ਕਾਰਨ ਕੀ ਆ, ਉਹਦੇ ਜਿਹੜੇ ਵਰਨ ਵੰਡ ਆ ਜਿਹੜੀ ਉਹ ਅੱਜ ਵੀ ਚੱਲ ਰਹੀ ਆ, ਜਿਹੜੀ ਬ੍ਰਾਹਮਣਵਾਦ ਫੈਲਾ ਰਿਹਾ ਵਾ, ਜਿਹੜੀ ਬ੍ਰਾਹਮਣਵਾਦ ਨੇ ਸ਼ੁਰੂ ਕੀਤੀ ਆ ਅੱਜ ਵੀ ਚੱਲ ਰਹੀ ਆ। ਅੱਜ ਵੀ ਸ਼ੂਦਰਾਂ ਨੂੰ ਸ਼ੂਦਰ ਸਮਝਿਆ ਜਾ ਰਿਹਾ, ਉਹਨਾਂ ਨੂੰ ਲਾਗੇ ਨਹੀਂ ਲਾਇਆ ਜਾ ਰਿਹਾ, ਉਹ ਵਿਚਾਰੇ ਦਰਕਾਰੇ ਹੋਏ ਆ। ਇਸ ਤਰ੍ਹਾਂ ਵੈਛਾਂ ਦਾ ਜਿਹੜਾ ਵਾ ਉਹਨਾਂ ਦਾ ਵੀ ਜਿਹੜਾ ਮਾੜਾ ਹਾਲ ਆ। ਤੇ ਅਸਲ ਦੇ ਵਿੱਚ ਗੁਲਾਮਦਾਰੀ ਯੁੱਗ ਤੋਂ ਜ਼ਗੀਰਦਾਰੀ ਯੁੱਗ, ਫਿਰ ਉਹ ਤੋਂ ਸਰਮਾਏਦਾਰੀ ਯੁੱਗ, ਤੇ ਅੱਜ ਕੈਪੀਟਲਿਜ਼ਮ ਜਿਹੜਾ ਕਾਰਪੋਰੇਟ ਪੱਖੀ ਜਿਹੜਾ ਸਮਾਜ ਜਿਹੜਾ ਸਾਰਾ ਪ੍ਰਬੰਧ ਚੱਲ ਰਿਹਾ, ਰਾਜ ਪ੍ਰਬੰਧ ਚੱਲ ਰਿਹਾ, ਉਹਨਾਂ ਨੇ ਆਪਣੀ ਲੰਮੀ ਉਮਰ ਕਰਨ ਵਾਸਤੇ ਜਿਹੜਾ ਵਾ ਸਮਾਜ ਦੇ ਵਿੱਚ ਵੰਡੀਆਂ ਪਾਈਆਂ ਹੋਈਆਂ ਵਾ। ਉਹ ਜਿਹੜੀਆਂ ਧਾਰਮਿਕ ਤੌਰ 'ਤੇ ਜਿਹੜੀਆਂ ਇਹ ਵੰਡੀਆਂ ਵਾ, ਇਹ ਅਸੀਂ ਤਾਂ ਹੀ ਦੂਰ ਕਰ ਸਕਾਂਗੇ ਜੇ ਅਸੀਂ ਸਮਾਜ ਆਪਣੇ ਨੂੰ ਜਾਗਰਤ ਕਰੀਏ। ਸਮਾਜ ਜਿਹੜਾ ਵਾ ਇਸ ਟਾਈਮ ਦੇ ਉੱਤੇ ਸਾਡੇ ਪਿੰਡਾਂ 'ਚ ਰਹਿ ਰਿਹਾ ਵਾ, ਸਾਡੇ ਸ਼ਹਿਰਾਂ 'ਚ ਰਹਿ ਰਿਹਾ ਵਾ, ਸਾਡੀਆਂ ਬਸਤੀਆਂ ਦੇ ਵਿੱਚ ਰਹਿ ਰਿਹਾ ਵਾ, ਉੱਥੇ ਜਿਹੜਾ ਸਮਾਜ ਰਹਿ ਰਿਹਾ ਜਿਹੜਾ ਸ਼ੋਸ਼ਿਤ ਹੋ ਰਿਹਾ ਵਾ, ਜਿਹਦਾ ਸ਼ੋਸ਼ਣ ਹੋ ਰਿਹਾ ਵਾ, ਉਹਨਾਂ ਨੂੰ ਜਾਗਰਤ ਕਰਨ ਦੀ ਲੋੜ ਆ। ਉਹਨਾਂ 'ਚ ਜਿਹੜੀ ਸਮਾਜਿਕ ਲਹਿਰ ਚਲਾਉਣ ਦੀ ਇੱਕ ਜਿਹੜੀ ਆ ਲੋੜ ਆ। ਜਿਸ ਤਰ੍ਹਾਂ ਪਹਿਲਾਂ ਲਹਿਰਾਂ ਚੱਲੀਆਂ ਉਸੇ ਤਰ੍ਹਾਂ ਦੀ ਇੱਕ ਲਹਿਰ ਚਲਾਉਣ ਦੀ ਲੋੜ ਆ। ਸੱਚੇ ਨੂੰ ਸੱਚਾ, ਝੂਠੇ ਨੂੰ ਝੂਠਾ ਆਖਣ ਦੀ ਜਿਹੜੀ ਲੋੜ ਆ। ਤੇ ਜਦੋਂ ਸਮਾਜ ਦੇ ਵਿੱਚ ਜਾਗਰਤੀ ਆਊਗੀ, ਸਮਾਜ ਦੇ ਵਿੱਚ ਇੱਕ ਨਵੀਂ ਜਿਹੜੀ ਆ ਕਿਰਨ ਜਾਗੂਗੀ, ਸਮਾਜ ਨੂੰ ਇੱਕ ਨਵੀਂ ਦਿਸ਼ਾ ਮਿਲੂਗੀ। ਤੇ ਜਦੋਂ ਲੋਕ ਇਹ ਸਮਝ ਜਾਣਗੇ ਵੀ ਇਹ ਸਮਾਜ ਕੀ ਆ, ਇਹਦੇ 'ਚ ਕੀ ਨਿਗਾਰ ਆਏ ਆ, ਕੀ ਰਾਜ ਪ੍ਰਬੰਧ ਆ, ਉਹ ਸਾਨੂੰ ਕਿਸ ਤਰ੍ਹਾਂ ਪਾੜ ਧਾੜ ਕੇ ਆਪਣਾ ਜਿਹੜਾ ਰਾਜ ਭਾਗ ਹੈ ਉਹ ਚਲਾ ਰਹੇ ਆ, ਤੇ ਸਾਡੀ ਕਿਸ ਤਰ੍ਹਾਂ ਲੁੱਟ ਹੋ ਰਹੀ ਹੈ, ਜਦੋਂ ਉਹ ਤੋਂ ਜਾਣੂ ਹੋ ਜਾਣਗੇ ਤੇ ਫਿਰ ਉਹ ਸਮਾਜਿਕ ਕ੍ਰਿਤੀਆਂ ਦੂਰ ਕਰਨਗੇ। ਫਿਰ ਉਹ ਸਮਾਜਿਕ ਸਾਰੀਆਂ ਕ੍ਰਿਤੀਆਂ ਜਿੰਨੀਆਂ ਚੱਲ ਰਹੀਆਂ ਵਾ ਸਾਰੀਆਂ ਹੀ, ਜਿਸ ਤਰ੍ਹਾਂ ਕੁੜੀਆਂ ਧੀਆਂ ਨੂੰ ਮਾਰਿਆ ਜਾ ਰਿਹਾ ਵਾ, ਭਰੂਣ ਹੱਤਿਆ ਕੀਤੀ ਜਾ ਰਹੀ ਆ,
ਜਿਸ ਤਰੀਕੇ ਨਾਲ ਵਿਆਹ ਸ਼ਾਦੀਆਂ ਸਾਦੇ ਢੰਗ ਨਾਲ ਨਹੀਂ ਕੀਤੇ ਜਾ ਰਹੇ, ਮਰਨੇ ਪਰਨੇ ਸਾਦੇ ਢੰਗ ਨਾਲ ਨਹੀਂ ਕੀਤੇ ਜਾ ਰਹੇ, ਹੋਰ ਬੜੀਆਂ ਸਮਾਜਿਕ ਬੁਰਾਈਆਂ ਵਾ, ਉਹ ਸਭ ਇਹ ਦੂਰ ਕਰ ਲੈਣਗੇ ਜਦੋਂ ਜਾਗਰਤ ਹੋ ਗਏ। ਤੇ ਉਹ ਫਿਰ ਨਾਲ ਹੀ ਨਾਲ ਜਿਹੜੀ ਧਾਰਮਿਕ ਤੌਰ ਤੇ ਧਰਮ ਦੇ ਜਿਹੜੇ ਠੇਕੇਦਾਰ ਆ ਉਹਨਾਂ ਦੀ ਲੁੱਟ ਕਰਦੇ ਆ, ਉਹਨਾਂ ਦੀ ਬੁਰੀ ਤਰ੍ਹਾਂ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਉਹਨਾਂ ਦੇ ਖਿਲਾਫ ਬੀੜਾ ਚੁੱਕਿਆ ਸੀ, ਅੱਜ ਵੀ ਉਹਨਾਂ ਦੇ ਖਿਲਾਫ ਬੀੜਾ ਚੁੱਕਣ ਦੀ ਲੋੜ ਆ। ਜਿਹੜੇ ਮਸੰਦ ਬਣ ਕੇ ਲੋਕਾਂ ਨੂੰ ਲੁੱਟ ਰਹੇ ਆ, ਉਹਨਾਂ ਦੇ ਖਿਲਾਫ ਫਿਰ ਜਦੋਂ ਸਮਾਜ ਜਾਗਰਤ ਹੋਊਗਾ ਤੇ ਉਹ ਧਾਰਮਿਕ ਤੌਰ ਤੇ ਤਬਦੀਲੀ ਆਊਗੀ, ਤੇ ਜਿਹੜਾ ਲੋਕਾਂ ਦਾ ਜਿਹੜਾ ਧਾਰਮਿਕ ਬੁਰਾਈਆਂ ਵਾ ਉਹ ਵੀ ਲੋਕ ਦੂਰ ਕਰਨਗੇ, ਤੇ ਆਪਣੇ ਆਪ ਨੂੰ ਜਿਹੜਾ ਵਾ ਧਰਮ ਦੇ ਵਿੱਚ ਜਿਹੜਾ ਸੱਚਾ ਧਰਮ ਜਿਹੜਾ ਗੁਰੂ ਸਾਹਿਬ ਦੁਆਰਾ ਦੱਸਿਆ ਗਿਆ ਵਾ, ਰਾਹ ਦੱਸਿਆ ਗਿਆ ਵਾ ਇੱਕ, ਉਹ ਰਾਹ ਦੇ ਉੱਤੇ ਉਹ ਚੱਲ ਕੇ ਆਪਣਾ ਪਾਰ ਤਾਰਾ ਕਰਨ ਵਾਲੇ ਬੰਦੇ ਨੂੰ, ਤੇ ਜਿਹੜਾ ਗੁਰੂ ਸਾਹਿਬ ਨੇ ਸੰਘਰਸ਼ ਦਾ ਰਸਤਾ ਦੱਸਿਆ ਉਧਰ ਨੂੰ ਫਿਰ ਉਹ ਤੁਰਨਗੇ। ਕਿਉਂਕਿ ਗੁਰੂ ਸਾਹਿਬ ਨੇ ਜਿਹੜੀ ਵੰਡ ਆ ਲੋਕਾਂ ਦੇ ਵਿੱਚ, ਉਹ ਦੋ ਹੀ ਵਰਗਾਂ ਵਿੱਚ ਦੱਸੀ ਆ, ਇੱਕ ਮਲਕ ਭਾਗੋ, ਇੱਕ ਭਾਈ ਲਾਲੋ। ਭਾਈ ਲਾਲੋ ਜਿਹੜੇ ਲੁੱਟੇ ਜਾਣ ਵਾਲੇ ਆ, ਤੇ ਮਲਕ ਭਾਗੋ ਜਿਹੜੇ ਲੁੱਟਣ ਵਾਲੇ ਆ। ਉਹ ਹੀ ਸਮਾਜ ਜਿਹੜੀ ਆ ਉਹ ਸਮਾਜ ਦੀ ਵੰਡ ਆ, ਹੋਰ ਕੋਈ ਵੰਡ ਨਹੀਂ ਕਿਸੇ ਕਿਸਮ ਦੀ ਹੈਗੀ, ਹੋਰ ਕੋਈ ਵਖਰੇਵਾਂ ਨਹੀਂ ਹੈਗਾ ਜਾਤਾਂ ਦਾ, ਧਰਮਾਂ ਦਾ, ਫਿਰਕਿਆਂ ਦਾ। ਆਖਰੀ ਸਵਾਲ ਪ੍ਰਧਾਨ ਜੀ ਅੱਜ ਵਾਸਤੇ ਵੀ ਜਿਹੜੀ ਤੁਸੀਂ ਸਮਾਜਿਕ ਤਬਦੀਲੀ ਦੀ ਗੱਲ ਕਰ ਰਹੇ ਜੀ, ਇਹਦੇ ਵਾਸਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਕੀ ਬੀੜਾ ਚੁੱਕਿਆ, ਜਾਂ ਤੁਸੀਂ ਕਿਸ ਰੂਪ ਦੇ ਵਿੱਚ ਇਸ ਨੂੰ ਪਿੰਡਾਂ ਤੱਕ ਲੈ ਕੇ ਜਾ ਰਹੇ ਜੀ, ਜਾਂ ਲੋਕਾਂ ਨੂੰ ਉਜਾਗਰ ਕਰ ਰਹੇ ਸੀ? ਕਿਹੜੇ ਰੂਪ ਦੇ ਵਿੱਚ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਉਹ ਕਿਹੜੇ ਰੂਪ ਦੇ ਵਿੱਚ ਵਰਕ ਕਰ ਰਹੀ ਆ, ਉਹਦੇ ਬਾਰੇ ਥੋੜਾ ਚਾਨਣਾ। ਚਲੋ, ਸਾਡੀ ਜਥੇਬੰਦੀ ਜਿਹੜੀ ਆ ਉਹ ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਤੇ ਬਣੀ ਆ, ਅਸੀਂ ਤਾਂ ਕਿਸਾਨਾਂ ਮਜ਼ਦੂਰਾਂ ਦੇ ਮਸਲੇ ਲੜ ਰਹੇ ਹਾਂ, ਪਰ ਅਸੀਂ ਨਾਲ ਦੀ ਨਾਲ ਇਹ ਸਮਝ ਆਪਣੇ ਆਗੂਆਂ ਦੀ ਬਣਾ ਰਹੇ ਹਾਂ, ਤੇ ਉਹਨਾਂ ਨੂੰ ਜਾਣੂ ਕਰਾ ਰਹੇ ਹਾਂ ਵੀ ਭਾਈ ਸਮਾਜ ਦੇ ਵਿੱਚ ਜਾ ਕੇ ਕੰਮ ਕਰਨਾ ਪਊਗਾ, ਸਮਾਜ 'ਚ ਤਬਦੀਲੀ ਪਹਿਲਾਂ ਲਿਆਉਣੀ ਪਊਗੀ। ਜੇ ਅਸੀਂ ਕੁਝ ਕਰਨਾ ਚਾਹੁੰਦੇ ਹਾਂ, ਜੇ ਅਸੀਂ ਕੋਈ ਜਿਹੜਾ ਕਿਸਾਨ ਮਜ਼ਦੂਰ ਦਾ ਭਾਈ ਲਾਲੋਆਂ ਦਾ ਰਾਜ ਲਿਆਉਣਾ ਚਾਹੁੰਦੇ ਹਾਂ, ਮਲਕ ਭਾਗੋਆਂ ਜਿਹੜੇ ਲੁੱਟ ਕੇ ਲੈ ਗਏ ਆ ਸਾਰਾ, ਉਹਨਾਂ ਨੂੰ ਹਰ ਪੱਖੋਂ ਉਹਨਾਂ ਦਾ ਸ਼ੋਸ਼ਣ ਕਰ ਰਹੇ ਆ, ਤੇ ਉਹਨਾਂ ਦਾ ਸ਼ੋਸ਼ਣ ਜੇ ਬੰਦ ਕਰਾਉਣਾ ਵਾ ਤੇ ਮਲਕ ਭਾਗੋਆਂ ਨੂੰ ਇੱਥੋਂ ਭਜਾਉਣਾ ਵਾ। ਮਲਕ ਭਾਗੋਆਂ ਦਾ ਜਿਹੜਾ ਸਮਾਜ ਨੂੰ ਉਹਨਾਂ ਲੁੱਟਿਆ ਵਾ ਉਹ ਸਾਰਾ ਗਰੀਬਾਂ 'ਚ ਲਿਆਉਣਾ ਵਾ, ਗਰੀਬਾਂ 'ਚ ਵੰਡਣਾ ਵਾ, ਸਾਵੀਂ ਵੰਡ ਕਰਾਉਣੀ ਆ, ਤੇ ਫਿਰ ਸਾਨੂੰ ਸਮਾਜ 'ਚ ਜਾ ਕੇ ਕੰਮ ਕਰਨਾ ਪਊਗਾ, ਤੇ ਸਮਾਜਿਕ ਤਬਦੀਲੀ ਵਾਸਤੇ ਸਮਾਜ ਨੂੰ ਤਿਆਰ ਕਰਨਾ ਪਊਗਾ, ਤੇ ਜਿਹੜੇ ਲੋਕ ਆ ਉਹਨਾਂ ਨੂੰ ਜਾਗਰਤ ਕਰਨਾ ਪਊਗਾ, ਉਹਨਾਂ ਦੇ ਪੱਧਰ 'ਤੇ ਜਾ ਕੇ ਕੰਮ ਕਰਨਾ ਪਊਗਾ। ਇਹ ਬਹੁਤ ਛੋਟਾ ਕੰਮ ਨਹੀਂ ਹੈਗਾ, ਬਹੁਤ ਵੱਡਾ ਕੰਮ ਹੈ। ਸਮਾਜ ਨੂੰ ਜਿਹੜੀ ਹਾਲਤ ਅੱਜ ਬਣੀ ਹੋਈ, ਜਿੰਨੀ ਜਟਿਲ ਸਥਿਤੀਆਂ ਵਾ, ਜਿੰਨੀਆਂ ਉੱਥੇ ਸਮੱਸਿਆਵਾਂ ਵਾ, ਜਿਸ ਤਰੀਕੇ ਨਾਲ ਉਹਨਾਂ ਦੀ ਗਰੀਬੀ ਦਾ ਫਾਇਦਾ ਉਠਾ ਰਹੇ ਆ ਸਰਮਾਏਦਾਰ, ਉਹਨਾਂ ਨੂੰ ਜਾਗਰਤ ਕਰਨਾ ਸਭ ਤੋਂ ਵੱਡਾ ਕੰਮ ਆ। ਤੇ ਉਹ ਸਮਾਜ ਜਿਹੜੀ ਬਣਤਰ ਆ ਉਹਨੂੰ ਸਹੀ ਸੇਧ ਦੇ ਕੇ ਸਮਾਜ ਨੂੰ ਚੰਗਾ ਬਣਾਉਣਾ, ਸਮਾਜ 'ਚੋਂ ਸਾਰੇ ਵਖਰੇਵੇਂ ਦੂਰ ਕਰਨਾ, ਵਿਤਕਰੇ ਦੂਰ ਕਰਾਉਣਾ, ਸਮਾਜ ਨੂੰ ਜਿਹੜੇ ਆ ਚੰਗੀ ਦਿਸ਼ਾ ਦੇਣੀ, ਉਹ ਸਾਰਿਆਂ ਤੋਂ ਵੱਡੀ ਜ਼ਰੂਰਤ ਆ। ਜਦੋਂ ਅਸੀਂ ਉਹ ਦੇਤੀ, ਫਿਰ ਉਹ ਤੋਂ ਗਾੜੀ ਜਿਹੜੀ ਆ ਰਾਜਨੀਤਿਕ ਤਬਦੀਲੀ ਆਊਗੀ, ਰਾਜਨੀਤਿਕ ਤਬਦੀਲੀ ਤੋਂ ਗਾਂਹ ਜਿਹੜੀ ਆ ਉਹ ਆਰਥਿਕ ਤਬਦੀਲੀ ਆਊਗੀ। ਇਹ ਸਾਡਾ ਮੰਨਣਾ ਵਾ, ਤੇ ਇਹਦੇ 'ਤੇ ਸਾਡਾ ਸਭ ਤੋਂ ਵੱਧ ਜ਼ੋਰ ਸਮਾਜ ਦੇ ਉੱਤੇ ਜਿਹੜਾ ਵਾ ਉਹਦੇ ਵਾਸਤੇ ਸਾਨੂੰ ਦੇਣ ਵਾਸਤੇ ਜਿਹੜਾ ਵਾ ਚੱਲਣਾ ਚਾਹੀਦਾ ਵਾ। ਤੇ ਸਮਾਜ ਦੇ ਵਿੱਚ ਕਿਰਤ ਕਰੋ, ਵੰਡ ਕੇ ਛਕੋ, ਨਾਮ ਜਪੋ ਦਾ ਸਿਧਾਂਤ ਆ, ਉਹਨੂੰ ਸਾਨੂੰ ਲੈ ਕੇ ਜਾਣਾ ਚਾਹੀਦਾ, ਤਾਂ ਜੋ ਲੋਕਾਂ ਦੇ ਵਿੱਚ ਇੱਕ ਸਬਰ ਆਵੇ, ਇੱਕ ਦਇਆ ਆਵੇ, ਇੱਕ ਜਿਹੜਾ ਵਾ ਸੰਤੋਖ ਆਵੇ, ਤੇ ਉਹ ਲੋਕ ਜੋ ਵੀ ਉਹਨਾਂ ਦੇ ਕੋਲ ਆ ਉਹਦੇ ਨਾਲ ਉਹ ਆਪਣੇ ਆਪ 'ਚ ਰਾਜੀ ਰਹਿਣ, ਤੇ ਜਿਹੜੀ ਆ ਹਰ ਇੱਕ ਨੂੰ ਇੱਥੇ ਰੱਜ ਕੇ ਰੋਟੀ ਖਾਣ ਦਾ ਹੱਕ ਹੋਵੇ, ਹਰ ਇੱਕ ਜਿਹੜਾ ਵਧੀਆ ਤਰੀਕੇ ਨਾਲ ਜ਼ਿੰਦਗੀ ਬਤੀਤ ਕਰੇ, ਹਰ ਇੱਕ ਨੂੰ ਜਿਹੜਾ ਵਾ ਆਪਣੀਆਂ ਲੋੜਾਂ ਜਿਹੜੀਆਂ ਉਹਦੀਆਂ ਪੂਰੀਆਂ ਹੋਣ, ਜਿਹੜੀਆਂ ਉਹਦੀਆਂ 5 ਲੋੜਾਂ ਹੈਗੀਆਂ ਵਾ, ਉਹਦੇ ਭੋਜਨ ਦੀ ਆ, ਉਹਦੇ ਰਹਿਣ ਸਹਿਣ ਦੀ ਆ, ਕੁੱਲੀ ਜੁੱਲੀ ਦੀ ਆ, ਉਹਦੇ ਜਿਹੜੇ ਆ ਉਹਦਾ ਜਿਹੜੀ ਗਾੜੀ ਰੁਜ਼ਗਾਰ ਦੀ ਆ, ਉਹ ਜਿੰਨੀਆਂ ਵੀ ਉਹਦੀਆਂ ਲੋੜਾਂ ਵਾ, ਜਿਹੜੀਆਂ ਮੁੱਢਲੀਆਂ ਲੋੜਾਂ ਉਹਦੀਆਂ, ਜਿਸ ਤਰ੍ਹਾਂ ਸਕੂਲ ਆ, ਸਿੱਖਿਆ ਵਾ, ਆਪਣਾ ਬਿਜਲੀ ਆ, ਪਾਣੀ ਆ, ਸੜਕਾਂ ਵਾ, ਇਹ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਉਪਲਬਧ ਹੋਣ ਹਰ ਇੱਕ ਨੂੰ, ਤੇ ਉਹਨਾਂ ਦੀ ਲੁੱਟ ਖਸੁੱਟ ਨਾ ਹੋਵੇ, ਹਰ ਇੱਕ ਬੰਦਾ ਸਮਾਜ 'ਚ ਉੱਚੀ ਧੌਣ ਕਰਕੇ ਜੀਵੇ, ਤੇ ਉਹ ਵਧੀਆ ਸਮਾਜ, ਇੱਕ ਵਧੀਆ ਸੋਸਾਇਟੀ ਬਣੇ। ਉਹਦੇ ਲਈ ਸਾਨੂੰ ਜਿਹੜਾ ਵਾ ਉਹ ਸਮਾਜ 'ਚ ਪੂਰੇ ਜ਼ੋਰ ਨਾਲ ਕੰਮ ਕਰਨਾ ਪਊਗਾ। ਜੇ ਤਾਂ ਅਸੀਂ ਆਉਣ ਵਾਲੇ ਸਮੇਂ 'ਚ ਪੂਰੀ ਪਲੈਨਿੰਗ ਦੇ ਨਾਲ ਆਪਣੇ ਸਮਾਜ ਦੇ ਵਿੱਚ ਇਹ ਕੰਮ ਸ਼ੁਰੂ ਕਰਾਂਗੇ, ਤੇ ਸਮਾਜ ਨੂੰ ਜਾਗਰਤ ਕਰਾਂਗੇ, ਤੇ ਉਹਨਾਂ ਨੂੰ ਮਲਕ ਭਾਗੋਂ ਦੇ ਖਿਲਾਫ, ਜਿਹੜੇ ਮਲਕ ਭਾਗੋ ਭਾਈ ਲਾਲੋਆਂ ਨੂੰ ਲੁੱਟ ਰਹੇ ਆ, ਉਹਨਾਂ ਦੇ ਖਿਲਾਫ, ਤੇ ਜੋ ਵੀ ਕਿਸੇ ਵੀ ਤਰੀਕੇ ਨਾਲ ਧਾਰਮਿਕ ਲੁੱਟ ਕਰ ਰਹੇ ਆ, ਚਾਹੇ ਉਹ ਆਰਥਿਕ ਲੁੱਟ ਕਰ ਰਹੇ ਆ, ਚਾਹੇ ਉਹ ਰਾਜਨੀਤਿਕ ਲੁੱਟ, ਜੋ ਰਾਜਨੀਤੀ ਦੇ ਵਿੱਚ ਅੱਜ ਜੋ ਭ੍ਰਿਸ਼ਟਾਚਾਰ ਆ, ਜੋ ਰਾਜ ਨਿਘਾਰ ਆ, ਉਹ ਰਾਜਨੀਤਿਕ ਲੁੱਟ ਕਰ ਰਹੇ ਆ, ਉਹਨਾਂ ਦੇ ਖਿਲਾਫ, ਤੇ ਜੋ ਸਮਾਜਿਕ ਲੁੱਟ ਹੋ ਰਹੀ ਆ ਉਹ ਬੰਦ ਕਰਾਉਣ ਵਾਸਤੇ ਅਸੀਂ ਜਿਹੜਾ ਵਾ ਇਹ ਬੀੜਾ ਚੁੱਕਾਂਗੇ, ਤੇ ਅਸੀਂ
ਹਰ ਹਾਲਤ ਦੇ ਵਿੱਚ ਉਧਰ ਨੂੰ ਜਾਂਦੇ ਹੋਏ ਜਿਹੜਾ ਵਾ ਇਹ ਆਪਣੇ ਕੰਮ ਦੇ ਵਿੱਚ ਜ਼ਰੂਰ ਸਫਲ ਹੋਵਾਂਗੇ। ਜੀ ਹਾਂਜੀ, ਠੀਕ ਹੈ ਬਸ ਤੇ ਇਹ ਸਾਰੇ ਜੋ ਅੱਜ ਸਾਰੀ ਗੱਲਬਾਤ ਜਿਹੜੀ ਕੀਤੀ ਗਈ ਆ, ਇਹ ਸਾਰੇ ਇਹਨਾਂ ਨੂੰ ਆਪਾਂ ਸਾਰੇ ਮੇਰੇ ਜੋ ਵੀ ਸੁਣਨ ਵਾਲੇ ਆ ਅੱਗੇ ਸ਼ੇਅਰ ਕਰ ਦੇਣ ਤੇ ਆਪਾਂ ਇਹ ਸਮਾਜ ਨੂੰ ਚੰਗਾ ਬਣਾਉਣ ਵਾਸਤੇ ਜੁਟ ਜਾਈਏ। ਇਹ ਹੀ ਸਾਡੇ ਗੁਰੂ ਸਾਹਿਬ ਦਾ ਜਿਹੜਾ ਵਾ ਉਪਦੇਸ਼ ਆ ਤੇ ਇਹ ਸਾਡੇ ਗੁਰੂ ਸਾਹਿਬ ਦਾ ਜਿਹੜਾ ਵਾ ਉਹ ਉਦੇਸ਼ ਆ ਤੇ ਇਹਦੇ ਤੇ ਆਪਾਂ ਤਗੜੇ ਹੋ ਕੇ ਜਿਹੜਾ ਚੱਲੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।